प्रेज द लॉर्ड। यसु कुछ भी कर सकता है प्लेटफॉर्म ਤੇ ਮੈਂ ਤੁਹਾਡੀ ਮੇਜ਼ਬਾਨ ਕੁਲਵਿੰਦਰ ਕੇਂਦਰ ਮਿਸਟਰੀ ਆਫ ਦ ਫੇਥ ਦੇ ਵਿੱਚ ਦੂਸਰਾ ਪ੍ਰੋਗਰਾਮ ਜਿਹੜਾ ਤੁਹਾਡੇ ਲੈ ਕੇ ਹਾਜ਼ਰ ਹਾਂ, ਜਿਹਦੇ ਵਿੱਚ ਅਸੀਂ ਯਕੀਨ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਵੱਖ-ਵੱਖ ਤਰ੍ਹਾਂ ਦੀਆਂ ਹੋਰ ਅੰਡਰਸਟੈਂਡਿੰਗਸ, ਬੁਝਾਰਤਾਂ, ਸਮਝਾਂ, ਉਹਨਾਂ ਨੂੰ ਅਸੀਂ ਦੇਖਦੇ ਹਾਂ, ਅਸੀਂ ਉਹਨਾਂ ਨੂੰ ਲੈ ਕੇ ਆਉਂਦੇ ਹਾਂ ਤੁਹਾਡੇ ਸਾਹਮਣੇ। ਇਹਦੇ ਵਿੱਚ ਮੈਂ ਸ਼ੁਕਰ ਕਰਦੀ ਹਾਂ ਕਿ ਖੁਦਾ ਨੇ ਮੈਨੂੰ ਅੱਜ ਮੌਕਾ ਦਿੱਤਾ ਕਿ ਮੈਂ ਤੁਹਾਡੇ ਨਾਲ ਦੁਬਾਰਾ ਫਿਰ ਇੱਕ ਵਾਰੀ ਮਿਸਟਰੀ ਆਫ ਦ ਫੇਥ ਨੂੰ ਲੈ ਕੇ ਹਾਜ਼ਰ ਹੋਈ ਹਾਂ। ਅਸੀਂ ਅੱਜ ਇਹਦੇ ਵਿੱਚ 3 ਡਿਫਰੈਂਟ ਚੈਪਟਰ ਦੇਖਣੇ ਨੇ ਅਤੇ ਉਹਨਾਂ ਦੇ ਵਿੱਚੋਂ ਅਸੀਂ ਫੇਥ ਦੀਆਂ ਡਿਫਰੈਂਟ ਜਿਹੜੇ ਮਿਸਟਰੀ ਆ ਉਹਨਾਂ ਨੂੰ ਸਾਂਝਾ ਕਰਨਾ ਹੈ। ਸਭ ਤੋਂ ਪਹਿਲੇ ਤੁਸੀਂ ਮੇਰੇ ਨਾਲ ਪਹਿਲਾ ਸਲਾਤੀਨ ਉਹਦੇ 17ਵੇਂ ਚੈਪਟਰ ਨੂੰ ਦੇਖ ਸਕਦੇ ਹੋ। ਪਹਿਲੀ ਆਇਤ ਤੋਂ ਲੈ ਕੇ ਅਸੀਂ ਇਹਦੀ 10ਵੀਂ ਆਇਤ ਤੱਕ ਪੜ੍ਹਨਾ ਹੈ, ਜਿਹਦੇ ਵਿੱਚ ਮੈਂ ਤੁਹਾਨੂੰ ਕੁਛ ਬਿਆਨ ਕਰਨਾ ਹੈ। ਏਲੀਆ ਤੇ ਵਿਧਵਾ। ਪਹਿਲਾ ਸਲਾਤੀਨ, ਪਹਿਲਾ ਰਾਜੇ, ਦ ਕਿੰਗਸ, ਫਸਟ ਕਿੰਗਸ, ਉਹਦੇ 17ਵੇਂ ਚੈਪਟਰ ਦੀ ਪਹਿਲੀ ਆਇਤ ਤੋਂ ਲੈ ਕੇ ਮੈਂ 10ਵੀਂ ਤੱਕ ਪੜ੍ਹਨ ਜਾ ਰਹੀ ਹਾਂ। ਤਾਂ ਏਲੀਆ ਤਿਸ਼ਬੀ ਨੇ ਜੋ ਗਲਿਆਦ ਦੇ ਵਾਸੀਆਂ ਵਿੱਚੋਂ ਸੀ ਆਹਾਬ ਨੂੰ ਆਖਿਆ ਵੀ ਜਿਉਂਦੇ ਖੁਦਾ ਬਾਪ ਇਸਰਾਇਲ ਦੇ ਰੱਬ ਅਲਫਾਜ਼ ਦੀ ਸਹੁੰ ਜਿਹਦੇ ਅੱਗੇ ਮੈਂ ਖੜਾ ਹਾਂ, ਇਹਨਾਂ ਸਾਲਾਂ ਵਿੱਚ ਮੇਰੇ ਵਚਨ ਤੋਂ ਬਿਨਾਂ ਇੱਥੇ ਨਾ ਬਾਰਿਸ਼ ਹੋਏਗੀ ਨਾ ਹੀ ਤਰੇਲ ਪਵੇਗੀ। ਅਤੇ ਇਉਂ ਖੁਦਾ ਬਾਪ, ਖੁਦਾਵਾਂ ਦੇ ਖੁਦਾ ਦਾ ਵਚਨ ਕਲਾਮ ਉਸ ਨੂੰ ਆਇਆ ਕਿ ਇੱਥੋਂ ਚੱਲਿਆ ਜਾ, ਆਪਣਾ ਬੋਰੀਆ ਬਿਸਤਰਾ ਪੂਰਬ ਵੱਲ ਚੁੱਕ ਕੇ ਲੈ ਜਾ ਅਤੇ ਆਪਣੇ ਆਪ ਨੂੰ ਕਰੀਬ ਦੇ ਨਾਲੇ ਕੋਲ ਜਿਹੜਾ ਯਰਦਨ ਦੇ ਸਾਹਮਣੇ ਹੈ ਲੁਕਾ ਲੈ। ਤਾਂ ਇਉਂ ਹੋਵੇਗਾ ਕਿ ਤੂੰ ਉਸ ਨਾਲੇ ਵਿੱਚੋਂ ਪੀਵੇਂਗਾ ਅਤੇ ਮੈਂ ਪਹਾੜੀ ਕਾਵਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਤੈਨੂੰ ਉੱਥੇ ਪਾਲਣ। ਤਾਂ ਉਹ ਚੱਲ ਪਿਆ, ਤਾਂ ਯਹੋਵਾ ਖੁਦਾ ਬਾਪ ਦੇ ਬਚਨ ਅਨੁਸਾਰ ਹੀ ਉਸਨੇ ਕੀਤਾ। ਉਹ ਚੱਲ ਕੇ ਕਰੀਬ ਦੇ ਨਾਲੇ ਕੋਲ ਜਾ ਟਿਕਿਆ ਜਿਹੜਾ ਯਰਦਨ ਦੇ ਸਾਹਮਣੇ ਹੈ। ਤਾਂ ਪਹਾੜੀ ਕਾਂ ਉਹਦੇ ਲਈ ਰੋਟੀ ਅਤੇ ਮਾਸ, ਸਵੇਰ ਨੂੰ ਰੋਟੀ ਅਤੇ ਮਾਸ ਸ਼ਾਮ ਨੂੰ ਲੈ ਕੇ ਆਉਂਦੇ ਰਹੇ ਅਤੇ ਉਹ ਨਾਲੇ ਤੋਂ ਪਾਣੀ ਪੀ ਲੈਂਦਾ ਸੀ। ਇਉਂ ਹੋਇਆ ਕਿ ਥੋੜ੍ਹੇ ਜਿਹੇ ਦਿਨਾਂ ਪਿੱਛੋਂ ਨਾਲਾ ਸੁੱਕ ਗਿਆ, ਉਸ ਦੇਸ਼ ਵਿੱਚ ਮੀਂਹ ਨਾ ਪਿਆ। ਤਾਂ ਖੁਦਾਵਾਂ ਦੇ ਖੁਦਾ ਯਹੋਵਾ ਦਾ ਵਚਨ ਕਲਾਮ ਉਸ ਨੂੰ ਫਿਰ ਆਇਆ ਕਿ ਉੱਠ ਤੇ ਸਿਦੋਨ ਦੇ ਸਾਰਫਤ ਨੂੰ ਚਲੇ ਜਾ, ਉੱਥੇ ਜਾ ਕੇ ਟਿਕ, ਵੇਖ ਮੈਂ ਇੱਕ ਵਿਧਵਾ ਔਰਤ ਨੂੰ ਹੁਕਮ ਦਿੱਤਾ ਕਿ ਉਹ ਤੇਰੀ ਪਾਲਣਾ ਕਰੇ। ਸੋ ਉਹ ਉੱਠਿਆ ਅਤੇ ਉਹ ਸਾਰਫਤ ਨੂੰ ਚੱਲਿਆ ਗਿਆ। ਅਸੀਂ ਇੱਥੇ ਦੇਖਦੇ ਹਾਂ ਕਿ ਏਲੀਆ ਖੁਦਾ ਦਾ ਚੁਣਿਆ ਹੋਇਆ ਨਬੀ ਸੀ, ਜਿਹਦੇ ਬਾਬਤ ਅਸੀਂ ਦੇਖਿਆ ਕਿ ਖੁਦਾ ਆਪਣੇ ਚੁਣੇ ਹੋਏ ਬੰਦਿਆਂ ਨੂੰ ਆਪਣੇ ਲੋਕਾਂ ਲਈ ਇਸਤੇਮਾਲ ਕਰਦਾ ਹੈ ਅਤੇ ਉਹਨਾਂ ਲੋਕਾਂ ਲਈ ਉਹ ਹੁਕਮ ਦਿੰਦਾ ਹੈ ਪਹਾੜੀ ਕਾਵਾਂ ਨੂੰ ਵੀ ਕਿ ਤੁਸੀਂ ਉਸ ਬੰਦੇ ਨੂੰ ਜਾ ਕੇ ਖਾਣਾ ਖਿਲਾਉਣਾ ਹੈ ਅਤੇ ਤੁਸੀਂ ਉਹਦੀ ਦੇਖ ਰੇਖ ਕਰਨੀ ਹੈ। ਇਮੈਜਿਨ ਕਰੋ ਕਿ ਪਹਾੜੀ ਕਾਂ ਜਿਹੜਾ ਹੈ ਜਾਂ ਕੋਈ ਵੀ ਰੇਵਨ ਜਿਹਨੂੰ ਆਪਾਂ ਇੰਗਲਿਸ਼ ਕਹਿੰਦੇ ਹਾਂ, ਕੀ ਉਹ ਕਦੀ ਆਪਣਾ ਖਾਣਾ ਕਿਸੇ ਨੂੰ ਦਿੰਦਾ ਹੈ? ਮੈਂ ਇੱਕ ਛੋਟੇ ਹੁੰਦਿਆਂ ਚੀਜ਼ ਸੁਣਿਆ, ਮੇਰੀ ਜਿਹੜੀ ਐਜੂਕੇਸ਼ਨ ਇੰਡੀਆ ਵਿੱਚ ਹੋਈ ਸੀ ਅਤੇ ਮੇਰੇ ਕੰਨਾਂ ਦੇ ਵਿੱਚ ਉਦੋਂ ਉਸ ਵੇਲੇ ਕਈ ਇਸ ਤਰ੍ਹਾਂ ਦੇ ਗੀਤ ਵੀ ਜਿਹੜੇ ਵੱਜਦੇ ਸੀਗੇ ਕਿ ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ। ਉਹਦੇ ਵਿੱਚ ਇੱਕ ਲਫ਼ਜ਼ ਆਉਂਦਾ ਸੀਗਾ ਕਿ ਖੋਹ ਲੈਂਦੇ ਟੁੱਕ ਕਾਂ ਉਹ ਦੁਨੀਆ ਵਾਲਿਓ, ਜਿਸ ਦੀ ਹੁੰਦੀ ਮਾਂ ਨਹੀਂ ਉਸ ਦੇ ਲਈ ਕੋਈ ਥਾਂ ਨਹੀਂ, ਅਤੇ ਖੋਹ ਲੈਂਦੇ ਟੁੱਕ ਕਾਂ ਉਹ ਦੁਨੀਆ ਵਾਲੇ। ਮਤਲਬ ਇੱਥੇ ਟੁੱਕ ਰੋਟੀ ਨੂੰ ਕਿਹਾ ਗਿਆ। ਇੱਥੇ ਕਿਹਾ ਗਿਆ ਕਿ ਜਿਹਦੇ ਕੋਲ ਮਾਂ ਨਹੀਂ ਹੁੰਦੀ, ਜਿਸ ਬੱਚੇ ਕੋਲੇ ਭਾਵੇਂ 2-3 ਸਾਲਾਂ ਦਾ ਹੋਵੇ, ਅਤੇ ਉਹਦੇ ਕੋਲ ਕੋਈ ਉਹਨੂੰ ਰੋਟੀ ਦੇ ਵੀ ਦੇਵੇ ਅਤੇ ਕਾਂ ਉਹਦੇ ਕੋਲ ਰੋਟੀ ਛੀਨ ਕੇ ਲੈ ਜਾਂਦੇ ਨੇ, ਹੈ ਨਾ। ਅਤੇ ਇੱਥੇ ਮੈਂ ਦੇਖ ਰਹੀ ਹਾਂ ਕਿ ਏਲੀਆ ਨੂੰ ਖੁਦਾ ਬਾਪ ਪਹਾੜੀ ਕਾਵਾਂ ਨੂੰ ਹੁਕਮ ਦੇ ਰਿਹਾ ਕਿ ਤੁਸੀਂ ਇਹਨੂੰ ਰੋਟੀ ਅਤੇ ਮਾਸ ਲਿਜਾ ਕੇ ਦੇਣਾ ਹੈ ਅਤੇ ਉਹਨੂੰ ਉਹ ਪਾਲ ਰਿਹਾ ਨਾ। ਕਿਉਂ? ਕਿਉਂਕਿ ਉਹ ਉਹਦਾ ਚੁਣਿਆ ਹੋਇਆ, ਉਹਦੀ ਅੱਖ ਦੀ ਪੁਤਲੀ, ਉਹ ਉਹਦਾ ਬੰਦਾ ਹੈ ਅਤੇ ਉਸ ਤੋਂ ਪਿੱਛੋਂ ਇੱਕ ਵਿਧਵਾ ਔਰਤ ਨੂੰ ਵੀ ਉਹਦੇ ਲਈ ਤਿਆਰ ਕਰ ਰਿਹਾ ਕਿ ਉਹਨੇ ਉਹਨੂੰ ਲੁੱਕ ਆਫਟਰ ਕਰਨਾ। ਇੱਥੇ ਅਸੀਂ ਇਹ ਦੇਖਦੇ ਹਾਂ ਕਿ ਕੀ ਅਸੀਂ ਕਿਉਂਕਿ ਉਹ ਖੁਦਾ ਦਾ ਬੰਦਾ ਹੈ, ਉਹ ਖੁਦਾ ਦੇ ਘਰ ਦੇ ਕੰਮ ਨੂੰ ਚਲਾ ਰਿਹਾ। ਕਿ ਅੱਜ ਜਿਹੜੇ ਅਸੀਂ ਖੁਦਾ ਦੇ ਘਰ ਦੇ ਕੰਮਾਂ ਨੂੰ ਚਲਾ ਰਹੇ, ਸਾਡੇ ਵਿੱਚ ਵਿਸ਼ਵਾਸ ਹੈ ਕਿ ਅਸੀਂ ਇਹ ਵਿਸ਼ਵਾਸ ਕਰ ਲਈਏ ਕਿ ਅਸੀਂ ਖੁਦਾ ਦੇ ਬੰਦਿਆਂ ਦੀ ਲਾਪਾ ਨਾ ਕਰੀਏ, ਉਹਨਾਂ ਨੂੰ ਅਸੀਂ ਬੇਇੱਜ਼ਤ ਨਾ ਕਰੀਏ, ਅਸੀਂ ਉਹਨਾਂ ਦੇ ਬਾਰੇ 'ਚ ਬੁਰੀਆਂ ਗੱਲਾਂ ਨਾ ਕਹੀਏ। ਇੱਥੇ ਬੜੀ ਹੈਰਾਨੀ ਦੀ ਗੱਲ ਹੈ। ਮੈਂ ਤੁਹਾਨੂੰ ਇਸ ਲਈ ਪੜ੍ਹਿਆ ਕਿ ਤੁਸੀਂ ਸਮਝ ਸਕੋ ਕਿ ਮੈਂ ਇੰਗਲੈਂਡ ਤੋਂ ਆਈ ਹਾਂ। ਮੈਂ 1978 ਜਿਹਨੂੰ ਆਪਾਂ 1978 ਤੋਂ ਇੰਗਲੈਂਡ 'ਚ ਰਹਿ ਰਹੀ ਹਾਂ। ਉਸ ਤੋਂ ਪਹਿਲਾਂ ਮੇਰੀ ਪਰਵਰਿਸ਼ ਜਿਹੜੀ ਆ ਉਹ ਐਜੂਕੇਸ਼ਨ ਦੇ ਦੌਰਾਨ ਇੰਡੀਆ ਦੇ ਵਿੱਚ ਹੋਈ, ਜਿਹਦੇ ਕਰਕੇ ਮੈਂ ਆਪ ਪੰਜਾਬੀ ਜਿਹੜੀ ਇੰਨੀ ਸੋਹਣੀ ਤੁਹਾਡੇ ਕੰਨਾਂ 'ਚ ਰਸ ਘੋਲ ਰਹੀ ਆ, ਇਹ ਬੋਲ ਪਾ ਰਹੀ ਹਾਂ।
पर कुछ लोग ने इत्थों दे ਜਿਹੜੇ ਮੈਨੂੰ ਇਹ ਕਹਿੰਦੇ ਨੇ ਕਿ ਮੈਂ ਕੱਪੜੇ ਇੰਜ ਦੇ ਕਿਉਂ ਪਾਉਂਦੀ ਆ, ਮੇਰੇ ਵਾਲ ਇੱਥੋਂ ਇੰਜ ਕਿਉਂ ਨਜ਼ਰ ਆਉਂਦੇ, ਮੇਰੇ ਵਾਲ ਇੱਥੋਂ ਇੰਜ ਕਿਉਂ ਨਜ਼ਰ ਆਉਂਦੇ ਆ। ਮਤਲਬ ਕਿ ਉਹ ਮੇਰੇ ਇਸ ਬਚਨ ਤੋਂ ਉਹ ਰਾਹਤ ਬਰਕਤ ਲੈਣ ਦੀ ਬਜਾਏ ਸ਼ੈਤਾਨ ਉਹਨਾਂ ਨੂੰ ਇਸਤੇਮਾਲ ਕਰ ਰਿਹਾ ਕਿ ਉਹ ਮੇਰੇ ਉੱਤੇ ਕਿੰਤੂ ਪਰੰਤੂ ਕਰਕੇ ਧਿਆਨ ਆਪਣਾ ਖਰਚ ਕਰ ਰਹੇ ਨੇ। ਇਹ ਗੱਲਾਂ ਬਾਰ-ਬਾਰ ਮੇਰੇ ਕੰਨਾਂ ਤੱਕ ਪਹੁੰਚਦੀਆਂ ਰਹਿੰਦੀਆਂ ਨੇ ਤੇ ਕਦੀ-ਕਦੀ ਇੰਜ ਦੀਆਂ ਗੱਲਾਂ ਕੇ ਕਹਿ ਜਾਂਦੇ ਨੇ, ਹਾਂ ਜੀ ਤੁਸੀਂ ਇੰਡੀਆ ਦੇ ਵਿੱਚੋਂ ਆਏ ਹੋਏ ਹੋ, ਉੱਥੇ ਕੋਈ ਇੰਜ ਦੇ ਕੱਪੜੇ ਪਾਉਂਦਾ ਹੋਏਗਾ, ਸਾਡੇ ਤਾਂ ਨਹੀਂ ਇੱਥੇ ਕੋਈ ਪਾਉਂਦੇ। ਪਰ ਮੈਂ ਉਹਨਾਂ ਨੂੰ ਬਥੇਰਾ ਕਹਿੰਦੀ ਹਾਂ ਕਿ ਦੇਖੋ ਜੀ ਮੈਂ 40 ਸਾਲ ਇੰਗਲੈਂਡ ਦੇ ਵਿੱਚ ਰਹੀ ਹਾਂ, ਬਾਕੀ ਮੇਰੇ ਪੇਰੈਂਟਸ ਕੈਨੇਡਾ 'ਚ ਰਹਿੰਦੇ ਨੇ, ਮੈਂ ਅੱਜ ਵੀ ਕੈਨੇਡਾ ਦੇ ਵੀ ਵਸਿੰਦੀ ਹੈਗੀ ਹਾਂ ਕਿਉਂਕਿ ਮਾਂ ਪਿਓ ਵੱਲੋਂ। ਫਿਰ ਮੇਰੇ ਗ੍ਰੇਟ ਗ੍ਰੈਂਡਫਾਦਰ ਜਿਹੜਾ ਉਹ ਕੈਲੀਫੋਰਨੀਆ 'ਚ ਗਏ ਸੀ, ਮੈਂ ਉੱਥੋਂ ਦੀ ਵਸਿੰਦੀ ਹਾਂ ਕਿਉਂਕਿ ਸਾਡੇ ਘਰਾਣਾ ਜਿਹੜਾ ਉਹ ਬਾਹਰ ਫੈਲਿਆ ਹੋਇਆ ਪਿਛਲੇ 5 ਪੀੜ੍ਹੀਆਂ ਤੋਂ। ਪਰ ਉਹਨਾਂ ਨੂੰ ਖੁਦਾ ਦੇ ਨਾਲ ਵਾਸਤਾ ਨਹੀਂ, ਨਾ ਉਹਨਾਂ ਨੂੰ ਖੁਦਾ ਦਾ ਡਰ। ਮੈਂ ਇੱਥੇ ਦੱਸਿਆ ਕਿ ਜਿਵੇਂ ਏਲੀਆ ਨੂੰ ਖੁਦਾ ਬਾਪ ਪਹਾੜੀ ਕਾਂ ਦੇ ਰਾਹੀਂ ਵੀ ਪਾਲ ਰਿਹਾ ਸੀ ਕਿਉਂਕਿ ਉਹ ਉਹਦਾ ਚੁਣਿਆ ਹੋਇਆ ਬੰਦਾ ਸੀ, ਇਸੇ ਤਰ੍ਹਾਂ ਮੈਨੂੰ ਵੀ ਉਹ ਇੱਥੇ ਲੈ ਕੇ ਆਇਆ। ਇਸ ਕਰਕੇ ਨਹੀਂ ਕਿ ਮੈਨੂੰ ਉਹ ਹੋਰ ਕਿਤੇ ਨਹੀਂ ਲੈ ਕੇ ਜਾ ਸਕਦਾ ਸੀ, ਜਾਂ ਜਿਹੜੀ ਇੰਗਲੈਂਡ ਦੇ ਵਿੱਚ ਮੈਂ ਪਲੀ ਹਾਂ, ਵੱਡੀ ਹੋਈ ਹਾਂ, ਉੱਥੇ 40 ਸਾਲ ਰਹੀ ਹਾਂ, ਉੱਥੇ ਨਹੀਂ ਰੱਖ ਸਕਦਾ ਸੀ। ਇੱਥੋਂ ਦੇ ਲੋਕਾਂ ਦੀ ਸ਼ਾਇਦ ਉਹਨੂੰ ਲੱਗਿਆ ਕਿ ਜ਼ਰੂਰਤ ਹੈ ਕਿ ਜਿਨ੍ਹਾਂ ਦੇ ਨਾਲ ਮੈਂ ਕੰਮ ਕਰਾਂ। ਪਰ ਮੈਂ ਇੱਥੇ ਵਿਸ਼ਵਾਸ ਦੀ ਗੱਲ ਕੀਤੀ ਅੱਜ ਕਿ ਮਿਸਟਰੀ ਆਫ ਫੇਥ, ਕਿ ਦੇਖੋ ਇਹ ਕਿਹੋ ਜਿਹੀ ਮਿਸਟਰੀ ਆ, ਕਿਹੋ ਜਿਹੀ ਬੁਝਾਰਤ ਆ ਕਿ ਕੁਛ ਲੋਕੀ ਜਿਹੜੇ ਬੈਨੀਫਿਟ ਲੈਣ ਦੀ ਬਜਾਏ ਉਹ ਕਿੰਤੂ ਪਰੰਤੂ ਕਰਨ ਤੇ ਆਪਣੀ ਤਾਕਤ ਖਰਚ ਕਰ ਦਿੰਦੇ ਨੇ। ਪਰ ਮੈਂ ਉਹਨਾਂ ਦਾ ਵੀ ਸ਼ੁਕਰ ਕਰਦੀ ਹਾਂ, ਧੰਨਵਾਦ ਕਿ ਤੁਸੀਂ ਐਟਲੀਸਟ ਦੇਖਦੇ ਤੇ ਹੋ। ਤੁਸੀਂ ਗਲਤ ਕਰਦੇ ਹੋ, ਚਾਹੇ ਮੇਰੇ ਵਾਲਾਂ ਨੂੰ ਕਹਿ ਕੇ ਮੈਨੂੰ ਭੰਡਦੇ ਹੋ, ਪਰ ਤੁਸੀਂ ਇੱਕ ਨਾ ਇੱਕ ਦਿਨ ਖੁਦਾ ਤੁਹਾਡੇ ਨਾਲ ਵੀ ਗੱਲ ਕਰੇਗਾ ਤੇ ਤੁਸੀਂ ਇੱਕ ਨਾ ਇੱਕ ਦਿਨ ਇਹ ਸਿੱਖ ਜਾਓਗੇ ਕਿ ਖੁਦਾ ਦੇ ਬੰਦੇ ਦੇ ਮੂੰਹੋਂ ਨਿਕਲਿਆ ਇੱਕ ਲਫ਼ਜ਼ ਵੀ ਬੜਾ ਹੈ ਬਖਸ਼ਿਸ਼ ਪਾਉਣ ਵਾਸਤੇ। ਤੁਹਾਡੀ ਜਿਹੜੀ ਹੈ ਨਾ ਤੁਹਾਡੇ ਪਤਾ ਕਰ ਲਈ ਮੈਂ ਦਿਖਾ ਦਿੰਦੀ ਹਾਂ। ਮੇਰਾ ਜਿਹੜਾ ਦੇਖੋ ਬ੍ਰਿਟਿਸ਼ ਪਾਸਪੋਰਟ ਹੈ ਐਂਡ ਇਹਦੇ ਵਿੱਚ ਵੀਜ਼ੇ ਦੇਖ ਲਓ, 27 ਵਾਰ ਮੈਂ ਇੱਥੇ ਆਈ ਹਾਂ ਐਂਡ ਮੈਨੂੰ ਗਵਰਨਮੈਂਟ ਆਫ ਪਾਕਿਸਤਾਨ ਨੇ ਰੋਕਿਆ ਨਹੀਂ ਕਿਉਂਕਿ ਖੁਦਾ ਦੀ ਮਰਜ਼ੀ ਹੈ ਕਿ ਮੈਂ ਇੱਥੇ ਆਵਾਂ, ਆ ਕੇ ਜਿਸ ਪਰਿਵਾਰ ਦੇ ਵਿੱਚ ਮੈਂ ਰਹੀ ਹਾਂ ਇੱਥੇ ਰਵਾਂ। ਪਰ ਇਹਦੇ ਬਾਵਜੂਦ ਮੈਨੂੰ ਕੋਈ ਫਿਕਰ ਨਹੀਂ, ਮੈਂ ਬਲਕਿ ਤੁਹਾਡਾ ਸ਼ੁਕਰ ਕਰਦੀ ਹਾਂ ਕਿ ਤੁਸੀਂ ਐਟਲੀਸਟ ਪ੍ਰੋਗਰਾਮ ਦੇਖਦੇ ਹੋ, ਤੁਸੀਂ ਉਹਦੇ ਤੋਂ ਇੱਕ ਨਾ ਇੱਕ ਦਿਨ ਬੈਨੀਫਿਟ ਵੀ ਜ਼ਰੂਰ ਕਰੋਗੇ। ਇਸੇ ਤਰ੍ਹਾਂ ਅਸੀਂ ਅੱਗੇ ਦੇਖਣਾ ਹੈ ਕਿ ਅਗਰ ਖੁਦਾ ਨੇ ਪਹਾੜੀ ਕਾਂ ਦੇ ਰਾਹੀਂ ਏਲੀਆ ਨੂੰ ਉਹਨੇ ਪਾਲਿਆ ਤੇ ਇੱਕ ਵਿਧਵਾ ਨੂੰ ਹੁਕਮ ਦਿੱਤਾ ਕਿ ਇਹਨੂੰ ਪਾਲਣਾ ਕਿਉਂਕਿ ਉਹ ਉਹਦਾ ਬੰਦਾ ਸੀ। ਐਂਡ ਇਸੇ ਤਰ੍ਹਾਂ ਅਸੀਂ ਅੱਗੇ ਦੇਖਣਾ ਕਿ ਜਦੋਂ ਕੋਈ ਆਪਣਾ ਧਿਆਨ ਜਿਹੜਾ ਆ ਉਹ ਖੁਦਾ ਦੇ ਬਚਨ ਦੀ ਬਜਾਏ ਆਪਣਾ ਵਿਸ਼ਵਾਸ, ਜਿਹਦੀ ਮੈਂ ਅੱਜ ਗੱਲ ਕਰਨ ਜਾ ਰਹੀ ਹਾਂ, ਕਿਸੇ ਹੋਰ ਬੰਨੇ ਲੈ ਕੇ ਜਾਂਦਾ ਤੇ ਉਹ ਇਨਸਾਨ ਨੂੰ ਫਿਰ ਖੁਦਾ ਕੀ ਕਹਿੰਦਾ। ਮੈਂ ਅੱਜ ਸਵੇਰ ਜਦੋਂ ਪੜ੍ਹ ਰਹੀ ਸੀ, ਮੇਰੇ ਕੋਲ ਕੁਝ ਲੋਕ ਆਏ, ਮੈਂ ਉਹਨਾਂ ਨੇ ਮੇਰੇ ਕੋਲੋਂ ਦੁਆ ਕਰਵਾਈ, ਮੇਰੇ ਕੋਲ ਹੌਲੀ ਵੀ ਲਿਆ ਕਿਉਂਕਿ ਮੈਨੂੰ ਕਿਹਾ ਕਿ ਤੂੰ ਬਾਹਰ ਪ੍ਰੇਅਰ ਵਾਲਾ ਆਇਲ ਸਾਨੂੰ ਦਿੱਤਾ, ਮੈਂ ਦਿੱਤਾ, ਉਹਨਾਂ ਨੂੰ ਦੁਆ ਕੀਤੀ। ਫਿਰ ਉਹਨਾਂ ਨੇ ਮੈਨੂੰ ਕਿੰਤੂ ਪਰੰਤੂ ਕੀਤਾ ਕਾਫੀ। ਉਹਦੇ ਬਾਵਜੂਦ ਖੁਦਾ ਨੇ ਮੈਨੂੰ ਕੀ ਦਿੱਤਾ, ਜਦੋਂ ਮੈਂ ਮੈਨੂੰ ਖੁਦਾ ਨੇ ਬੋਲ ਕੇ ਫਿਰ ਮੇਰੇ ਨਾਲ ਗੱਲ ਕੀਤੀ ਉਸ ਵੇਲੇ, ਕਿਉਂਕਿ ਮੈਂ ਇਸ ਤੋਂ ਪਹਿਲਾਂ ਕਿ ਮੇਰਾ ਜਿਹੜਾ ਉਦਾਸੀ ਮੇਰੇ ਉੱਤੇ ਭਾਰੀ ਹੋ ਜਾਂਦੀ, ਖੁਦਾ ਨੇ ਮੈਨੂੰ ਕਿਹਾ ਕਿ ਮੈਂ ਜਿਹਨੂੰ ਧਰਤੀ ਦੀਆਂ ਹੱਦਾਂ ਤੋਂ ਫੜ ਲਿਆ ਤੇ ਉਹਦੇ ਖੂੰਜਿਆਂ ਤੋਂ ਬੁਲਾ ਲਿਆ। ਮੈਂ ਯਸਾਇਆ 41 ਦੀ 9ਵੀਂ ਆਇਤ ਤੁਹਾਡੇ ਨਾਲ ਸਾਂਝੀ ਕਰ, ਜਿਹੜੀ ਖੁਦਾ ਆਪ ਮੇਰੇ ਨਾਲ ਬੋਲਿਆ ਉਸ ਵੇਲੇ। ਮੈਂ ਜਿਹਨੂੰ ਧਰਤੀ ਦੀਆਂ ਹੱਦਾਂ ਤੋਂ ਪਕੜ ਲਿਆ ਤੇ ਉਹਦੇ ਖੂੰਜਿਆਂ ਤੋਂ ਇੱਕ ਬੁਲਾ ਲਿਆ ਤੇ ਮੈਂ ਤੈਨੂੰ ਆਖਿਆ ਕਿ ਤੂੰ ਮੇਰਾ ਹੈ, ਮੈਂ ਤੈਨੂੰ ਚੁਣਿਆ ਤੇ ਮੈਂ ਤੈਨੂੰ ਨਹੀਂ ਰੱਦਿਆ। ਨਾ ਡਰ, ਮੈਂ ਤੇਰੇ ਅੰਗ ਸੰਗ ਹਾਂ, ਨਾ ਘਬਰਾ, ਮੈਂ ਤੇਰਾ ਖੁਦਾ ਬਾਪ ਹਾਂ, ਮੈਂ ਤੈਨੂੰ ਜ਼ੋਰ ਬਖਸ਼ਾਂਗਾ, ਮੈਂ ਤੇਰੀ ਸਹਾਇਤਾ ਕਰਾਂਗਾ, ਮੈਂ ਤੈਨੂੰ ਸੱਜੇ ਹੱਥ ਦੇ ਨਾਲ ਡਿੱਗ ਵੀ ਪਵੇਂ ਤੇ ਸੰਭਾਲ ਲਵਾਂਗਾ। ਵੇਖ, ਜੋ ਤੇਰੇ ਨਾਲ ਲੜਦੇ ਹਨ ਉਹ ਸ਼ਰਮਿੰਦੇ ਹੋਣਗੇ, ਜੋ ਤੇਰੇ ਨਾਲ ਗੁੱਸੇ ਹੋਣਗੇ ਉਹਨਾਂ ਦੇ ਮੂੰਹ ਕਾਲੇ ਹੋ ਜਾਣਗੇ ਤੇ ਉਹ ਨਾ ਹੋਇਆ ਜਿਹੇ ਹੋ ਕੇ ਨਾਸ ਹੋ ਜਾਣਗੇ। ਜਿਹੜੇ ਤੇਰੇ ਨਾਲ ਝਗੜਦੇ ਹਨ ਤੂੰ ਉਹਨਾਂ ਨੂੰ ਪਾਲੇਂਗਾ ਪਰ ਤੂੰ ਨਾ ਪਾਵੇਂਗਾ, ਜਿਹੜੇ ਤੇਰੇ ਨਾਲ ਯੁੱਧ ਕਰਦੇ ਹਨ ਉਹ ਨਾ ਹੋਇਆ ਜਿਹੇ ਨੇਸਤੀ ਹੋ ਜਾਣਗੇ, ਕਿਉਂਕਿ ਮੈਂ ਤੇਰਾ ਖੁਦਾ ਬਾਪ, ਤੇਰਾ ਪਰਮੇਸ਼ਵਰ ਹਾਂ, ਤੇਰਾ ਸੱਜਾ ਹੱਥ ਫੜੀ ਬੈਠਾ। ਮੈਂ ਤੈਨੂੰ ਫਿਰ ਕਹਿਣਾ ਹਾਂ, ਨਾ ਡਰ, ਮੈਂ ਤੇਰੀ ਸਹਾਇਤਾ ਕਰਾਂਗਾ। ਦੇਖੋ ਫਿਰ ਖੁਦਾ ਬਾਪ, ਇਹ ਵੀ ਤੇ ਹੁਣ ਫੇਥ ਦੀ ਗੱਲ ਆ, ਮਿਸਟਰੀ ਆਫ ਫੇਥ। ਮੈਂ ਅੱਜ ਮਿਸਟਰੀਜ਼ ਤੁਹਾਡੇ ਨਾਲ ਸੁਲਝਾ ਰਹੀ ਹਾਂ ਨਾ, ਕਿ ਕਹਿੰਦੇ ਕਿ ਪਹੇਲੀਆਂ, ਯਕੀਨ ਦੀਆਂ ਪਹੇਲੀਆਂ, ਈਮਾਨ ਦੀਆਂ ਪਹੇਲੀਆਂ। ਤੇ ਇੱਕ ਪਰਸਨ ਦਾ ਫੇਥ ਇਹ ਹੈ ਕਿ ਮੈਂ ਕਿਸੇ ਰਾਹੀਂ ਸੁਨੇਹਾ ਭੇਜਾਂਗਾ ਤੇ ਮੈਂ ਸਿਸਟਰ ਨੂੰ ਆਹ ਚੀਜ਼ ਜ਼ਰੂਰ ਉਹਨਾਂ ਤੱਕ ਪਾਉਣੀ ਆ ਕਿ ਤੇਰੇ ਵਾਲ ਇੰਝ ਕਿਉਂ ਆ, ਤੇਰਾ ਮੱਥਾ ਇੰਝ ਕਿਉਂ ਆ, ਤੇਰੀ ਸਕਿਨ ਇੰਝ ਦੀ ਕਿਉਂ ਆ, ਤੂੰ ਅੱਜ ਕਮੀਜ਼ ਇੰਨਾ ਲੰਬਾ ਪਾ ਲਿਆ। ਤੇ ਉਹਨੂੰ ਮੈਂ ਫਿਰ ਵੀ ਦੁਆ ਕਰਕੇ ਉਹਦੇ ਲਈ ਪ੍ਰੇ ਕਰਕੇ ਭੇਜਦੀ ਹਾਂ। ਇਸ ਤੋਂ ਪਹਿਲਾਂ ਕਿ ਮੈਂ ਪਰੇਸ਼ਾਨ ਹੋਵਾਂ, ਖੁਦਾ ਮੈਨੂੰ ਆਪਣੇ ਬਚਨ ਰਾਹੀਂ ਆ ਹੁਣ ਜਿਹੜਾ ਤੁਹਾਨੂੰ ਦੱਸਿਆ 41 ਯਸਾਇਆ ਦੇ 9ਵੀਂ ਆਇਤ ਤੋਂ ਲੈ ਕੇ ਮੈਂ ਜਿਹੜੀ ਤੁਹਾਨੂੰ 14ਵੀਂ ਆਇਤ ਤੱਕ ਦੇਖਿਆ, ਖੁਦਾ ਨੇ
ਮੈਨੂੰ ਉਹਦੇ ਰਾਹੀਂ ਫਿਰ ਮੇਰੇ ਨਾਲ ਗੱਲ ਕੀਤੀ ਹੈ, ਮੈਨੂੰ ਪਕੜਿਆ, ਮੈਨੂੰ ਸੰਭਾਲਿਆ ਹੈ ਐਂਡ ਮੈਨੂੰ ਜਿਸ ਤਰ੍ਹਾਂ ਨਹੀਂ ਪਲੋਸਿਆ, ਇਸ ਤਰ੍ਹਾਂ ਸਟ੍ਰੋਕ ਕੀਤਾ ਹੈ ਕਿ ਬੱਚੇ ਮੈਂ ਅੱਜ ਵੀ ਤੇਰੇ ਨਾਲ ਹਾਂ। ਮੇਰੀ ਟੈਸਟਮਨੀ ਦਾ ਵੀ ਹਿੱਸਾ ਇਹ ਹੈਗਾ ਆ ਕਿ ਮੈਂ ਐਕਚੁਅਲੀ ਹੁਣੇ ਤੁਹਾਨੂੰ ਪਾਸਪੋਰਟ ਦਿਖਾ ਰਹੀ ਸੀ, ਇੰਗਲੈਂਡ ਦੇ ਵਿੱਚ ਮੇਰਾ ਦਿਲ ਨਹੀਂ ਸੀ ਲੱਗ ਰਿਹਾ, ਹਾਲਾਂਕਿ ਮੈਂ ਕੰਮ ਕਰ ਰਹੀ ਸੀ ਕਾਫੀ, ਕਿਉਂਕਿ ਮੈਂ ਖੁਦਾ ਦਾ ਕੰਮ ਜਿਹੜਾ ਉਹ ਇਸ ਤਰੀਕੇ ਨਾਲ ਨਹੀਂ ਕਰ ਰਹੀ ਸੀ। ਤੇ ਇੱਕ ਜਗ੍ਹਾ ਦੇ ਉੱਤੇ ਇਹੋ ਜਿਹਾ ਵੀ ਵਕਤ ਆਇਆ ਕਿ ਮੈਂ ਛਾਲ ਮਾਰ ਦਿੱਤੀ ਇੱਕ ਨਦੀ ਦੇ ਵਿੱਚ, ਤੇ ਖੁਦਾ ਨੇ ਮੈਨੂੰ ਪਕੜ ਕੇ ਮੈਨੂੰ ਉਠਾ ਕੇ ਮੈਨੂੰ ਆਪਣਾ ਕੰਮ ਕਰਨ ਲਈ ਇੱਥੇ ਲੈ ਕੇ ਆਇਆ। ਐਂਡ ਜਦੋਂ ਫਿਰ ਮੈਂ ਖੁਦਾ ਨੂੰ ਕਿੰਤੂ ਪਰੰਤੂ ਕੀਤਾ ਤਾਂ ਉਹਨੇ ਮੈਨੂੰ ਮੇਰੀ ਬਿਲਕੁਲ ਐਸੀ ਤਰ੍ਹਾਂ ਚੀਕ ਦੇ ਉੱਤੇ ਪਿਆਰ ਕਰਕੇ ਕਿਹਾ ਕਿ ਮੈਂ ਤੇਰੇ ਉੱਤੇ ਇੱਕ ਝਰੀਟ ਤੱਕ ਨਹੀਂ ਆਉਣ ਦੇਵਾਂਗਾ, ਕਿਉਂਕਿ ਤੂੰ ਮੇਰੀ ਧੀ ਹੈ। ਤੇ ਜਦੋਂ ਖੁਦਾ ਬਾਰ-ਬਾਰ ਮੈਨੂੰ ਇਹ ਕਹਿੰਦਾ ਤੇ ਮੈਂ ਇਹ ਫਿਰ ਮਾਣ ਨਾਲ ਕਹਿ ਸਕਦੀ ਹਾਂ ਕਿ ਜਿਹੜਾ ਉਹਦਾ ਫੇਥ, ਜਿਹੜਾ ਉਹਦਾ ਪਿਆਰ, ਜਿਹੜੀ ਉਹਨੇ ਮੈਨੂੰ ਦਿੱਤੀ ਹੋਈ ਇੱਕ ਜਿਹੜੀ ਖੁਦਾ ਨੇ ਮੈਨੂੰ ਇੱਕ ਇੱਜ਼ਤ ਆਪਣੇ ਆਪ ਦੇ ਵਿੱਚ, ਜਿਹੜੀ ਉਹਨੇ ਮੈਨੂੰ ਇੱਕ ਪ੍ਰੋਟੈਕਸ਼ਨ ਦਿੱਤੀ ਹੋਈ ਆ, ਉਹ ਸਾਰੇ ਹੋਰ ਜਿੰਨੇ ਵੀ ਕੋਈ ਕਿਸੇ ਦੇ ਕਿੰਤੂ ਪਰੰਤੂ ਉਹਨਾਂ ਤੋਂ ਵੱਡੀ ਆ। ਪਰ ਮੈਂ ਉਹਨਾਂ ਦਾ ਫਿਰ ਦੁਬਾਰਾ ਧੰਨਵਾਦ ਕਰਦੀ ਹਾਂ ਜਿਹੜੇ ਐਟਲੀਸਟ ਦੇਖਦੇ ਆ, ਭਾਵੇਂ ਇਸ ਕਰਕੇ ਕਿਉਂ ਨਹੀਂ ਦੇਖਦੇ ਕਿ ਉਹ ਮੇਰੇ ਪ੍ਰੋਗਰਾਮ ਦੇ ਵਿੱਚ ਗਲਤੀਆਂ ਕੱਢਣ, ਕਿਉਂਕਿ ਜਿਹੜੀਆਂ ਗਲਤੀਆਂ ਕੱਢਦੇ ਲੋਕੀ ਉਹ ਇੱਕ ਨਾ ਇੱਕ ਦਿਨ ਤੁਹਾਨੂੰ ਜ਼ਰੂਰ ਹੋਰ ਵੀ ਕਰੈਕਟ ਕਰ ਦਿੰਦੇ ਆ। ਤੇ ਖੁਦਾ ਉਹਨਾਂ ਨੂੰ ਬਖਸ਼ੇ, ਖੁਦਾ ਉਹਨਾਂ 'ਤੇ ਰਹਿਮ ਕਰੇ ਤੇ ਉਹਨਾਂ ਨੂੰ ਕੋਈ ਜਿੰਨੀਆਂ ਵੀ ਉਹਨਾਂ ਦੀਆਂ ਮੁਸ਼ਕਿਲਾਂ ਆ ਸਮਝਦਾਰੀ ਦੀਆਂ ਉਹਨਾਂ ਤੋਂ ਉਹਨਾਂ ਨੂੰ ਉਹ ਨੇੜੇ ਦੂਰ ਲੈ ਕੇ ਜਾਵੇ, ਉਹਨਾਂ ਦੀਆਂ ਮੁਸ਼ਕਿਲਾਂ ਦੂਰ ਕਰ ਦੇ। ਇਸੇ ਤਰ੍ਹਾਂ ਅੱਗੇ ਅਸੀਂ ਦੇਖਣਾ ਆ ਖੁਦਾਵੰਦ ਯਿਸੂ ਮਸੀਹ ਦੀ ਸਲੀਬੀ ਮੌਤ ਜਿਹੜੀ ਕਿ ਹੋ ਚੁੱਕੀ ਆ। ਉਸ ਤੋਂ ਬਾਅਦ ਅਸੀਂ ਖੁਦਾਵੰਦ ਯਿਸੂ ਮਸੀਹ ਜ਼ਿੰਦਾ ਵੀ ਹੋ ਚੁੱਕੇ ਆ। ਉਸ ਤੋਂ ਬਾਅਦ ਅਸੀਂ ਡਿਸਕਸ ਪਿਛਲੇ ਵੀ ਇੱਕ ਪ੍ਰੋਗਰਾਮ ਦੇ ਵਿੱਚ ਮੈਂ ਕਰ ਰਹੀ ਸੀਗੀ ਕਿ ਕੀ ਦੇਖਿਆ ਸੀ ਕਿ ਲੂਕਾ 23ਵੇਂ ਚੈਪਟਰ ਦੀ ਅਸੀਂ 27ਵੀਂ ਆਇਤ ਜਿਹੜੀ ਆ ਉਹ ਡਿਸਕਸ ਕੀਤੀ ਸੀ। ਇਹਦੇ ਵਿੱਚ ਅਸੀਂ ਦੇਖਦੇ ਕਿ ਕੁਝ ਲੋਕੀ ਜਿਹੜੇ ਆ ਉਹ ਕੁਝ ਹੋਰ ਜਗ੍ਹਾ ਦੇ ਉੱਤੇ ਲੈ ਕੇ ਚਲੇ ਜਾਂਦੇ ਆ ਖੁਦਾਵੰਦ ਯਿਸੂ ਮਸੀਹ ਨੂੰ। ਤੇ ਜਦੋਂ ਕਿਸੇ ਹੋਰ ਜਗ੍ਹਾ ਦੇ ਉੱਤੇ ਲੈ ਜਾਂਦੇ ਆ, ਜਦੋਂ ਉਹ ਜੀ ਉੱਠੇ ਤੇ ਉਹਨਾਂ ਨੂੰ ਦੋ ਜਾਣੇ ਅਮਿਊਸ ਨਾਂ ਦੇ ਇੱਕ ਪਿੰਡ ਨੂੰ ਚਲੇ ਜਾਂਦੇ, ਜਿਹੜਾ ਕਿ ਯਰੂਸ਼ਲਮ ਤੋਂ 5 ਕੋਹ ਦੂਰੀ ਉੱਤੇ ਆ। ਤੇ ਸਾਰੀਆਂ ਗੱਲਾਂ ਜਿਹੜੀਆਂ ਬੀਤੀਆਂ ਉਹਨਾਂ ਦੇ ਵਿੱਚ ਦੇਖਿਆ ਕਿ ਦੋ ਜਾਣੇ ਖੁਦਾਵੰਦ ਯਿਸੂ ਮਸੀਹ ਨਾਲ ਗੱਲ ਵੀ ਕਰਦੇ ਆ। ਪਰ ਉਹ ਅਮਿਊਸ ਦਾ ਐਕਚੁਅਲੀ ਅਮਿਊਸ ਜਿਹੜਾ ਲਫ਼ਜ਼ ਆ, ਜਿਹਨੂੰ ਇੰਗਲਿਸ਼ ਦੇ ਵਿੱਚ ਕਹਿੰਦੇ ਅਮੇਉਸ ਤੇ ਪੰਜਾਬੀ ਵਿੱਚ ਅਮਿਊਸ ਕਿਹਾ ਜਾਂਦਾ, ਉਹਦਾ ਮਤਲਬ ਹੈ, ਮੈਂ ਸਟੱਡੀ ਕੀਤਾ, ਉਹਦਾ ਮਤਲਬ ਹੈਗਾ ਆ ਹੌਟ ਸਪ੍ਰਿੰਗਸ, ਜਿਹਨੂੰ ਆਪਾਂ ਆਪਣੀ ਜ਼ੁਬਾਨ 'ਚ ਕਹਿ ਸਕਦੇ ਹਾਂ ਕਿ ਉੱਥੇ ਉਹ ਜਗ੍ਹਾ ਜਿੱਥੇ ਖੁਦਾ ਦਾ ਕੋਈ ਨਾਂ ਨਹੀਂ ਲੈਂਦਾ, ਉਹ ਗਲਤ ਫਲ ਚੀਜ਼ਾਂ ਹੁੰਦੀਆਂ ਨੇ। ਮਤਲਬ ਖੁਦਾਵੰਦ ਯਿਸੂ ਮਸੀਹ ਦੇ ਉਸ ਵਕਤ ਦੇ ਉੱਤੇ ਉਹ ਲੋਕੀ ਜਿਹੜੇ ਇਹੋ ਜਿਹੀ ਜਗ੍ਹਾ 'ਤੇ ਜਾ ਰਹੇ ਆ ਜਿੱਥੇ ਕਿ ਕੋਈ ਖੁਦਾ ਦਾ ਨਾਂ ਨਹੀਂ ਲੈਂਦਾ, ਬਲਕਿ ਸ਼ਰਾਰਤਾਂ, ਗਲਤ ਫਲ ਚੀਜ਼ਾਂ, ਜਿਹਨੂੰ ਹੌਟ ਸਪ੍ਰਿੰਗਸ ਭਾਵ ਜਿਹਨੂੰ ਕਹਿ ਸਕਦੇ ਕਿ ਬਦਫੈਲੀਆਂ ਦੀ ਜਗ੍ਹਾ, ਮਤਲਬ ਉੱਥੇ ਜਾ ਰਹੇ ਹੋ। ਕਿ ਅਸੀਂ ਅੱਜ ਆਪਣੀ ਜਿਹੜੀ ਜ਼ਿੰਦਗੀ ਆ ਉਹਦੇ ਵਿੱਚ ਅਸੀਂ ਖੁਦਾ ਦੇ ਨਾਲ ਜੁੜੇ ਹੋਏ ਹਾਂ, ਜਦੋਂ ਕਿ ਇਹਦੇ ਵਿੱਚ ਕਿਹਾ ਸੀ ਕਿ ਅਸੀਂ ਅੱਜ ਆਪਣੇ ਕਲਾਮ, ਆਪਣੇ ਯਰੂਸ਼ਲਮ ਦੇ ਨਾਲ ਜੁੜੇ ਹੋਏ ਹਾਂ, ਜਾਂ ਫਿਰ ਅਸੀਂ ਵੀ ਅਮਿਊਸ ਨੂੰ ਜਾ ਰਹੇ ਹਾਂ। ਕੋਈ ਜ਼ਰੂਰੀ ਨਹੀਂ ਕਿ ਹਰ ਕੋਈ ਜਿਹੜਾ ਉਹ ਅਮਿਊਸ, ਹਰ ਕਿਸੇ ਦਾ ਅਮਿਊਸ ਜਿਹੜਾ ਮਤਲਬ ਹੌਟ ਸਪ੍ਰਿੰਗਸ ਜਾਂ ਜਿਹਨੂੰ ਕਹਿ ਲੈ ਕਿ ਜਿਹਦੀਆਂ ਦਿਲਚਸਪੀਆਂ ਦਾ ਸ਼ਹਿਰ ਉਹ ਅਲੱਗ-ਅਲੱਗ ਹੋਏਗਾ। ਕਿਸੇ ਦਾ ਇਹ ਹੋ ਸਕਦਾ ਜਿਹੜਾ ਕਿਸੇ ਨੇ ਆ ਕੇ ਮੇਰੇ ਨਾਲ ਕੀਤਾ ਕਿ ਮਤਲਬ ਆਪਣੇ, ਜੇ ਮੈਂ ਤਾਂ ਭਟਕਿਆ ਹੋਇਆ ਦੂਸਰੇ ਨੂੰ ਵੀ ਭਟਕਣ ਲਾਉਣਾ। ਕਿਸੇ ਦਾ ਇਹ ਹੋ ਸਕਦਾ ਹੈ ਕਿ ਮੈਂ ਚੁਗਲੀਆਂ ਕਰ ਰਿਹਾ ਦੂਸਰੇ ਨੂੰ ਵੀ ਚੁਗਲੀਆਂ 'ਚ ਕਰਾਉਣਾ। ਕਿਸੇ ਦਾ ਇਹ ਹੋ ਗਿਆ ਕਿ ਜੇ ਮੈਂ ਲੁੱਟ-ਪੁੱਟ ਕਰਦਾ ਤਾਂ ਮੈਂ ਦੂਸਰੇ ਨੂੰ ਵੀ ਆਪਣੇ ਰਾਹ ਪਾਉਣਾ। ਇਹ ਅਮਿਊਸ ਆ ਕਿ ਉਹਨੇ, ਪਰ ਜਿਹਨੇ ਐਕਚੁਅਲੀ ਖੁਦਾ ਤੱਕ ਪਹੁੰਚਣਾ ਆ, ਉਹ ਯਰੂਸ਼ਲਮ ਸਾਡਾ ਜਿਹੜਾ ਉਹ ਅੱਜ ਸਾਡਾ ਕਲਾਮ ਆ। ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਵੀ ਜਿਹੜੇ ਭਟਕੇ ਹੋਏ ਆ ਉਹਨਾਂ ਨੂੰ ਵੀ ਮੁੜ ਕੇ ਯਰੂਸ਼ਲਮ 'ਚ ਲੈ ਕੇ ਆਈਏ, ਭਾਵ ਆਪਣੇ ਕਲਾਮ ਦੇ ਨਾਲ ਜੋੜੀ, ਜਿਸ ਤਰ੍ਹਾਂ ਕਿ ਮੈਂ ਹੁਣ ਕਰ ਰਹੀ ਹਾਂ। ਕਿ ਅਗਰ ਕੋਈ ਤੁਹਾਨੂੰ ਕਿਸੇ ਵੀ ਤਰੀਕੇ ਦੇ ਨਾਲ ਪਰੇਸ਼ਾਨ ਵੀ ਕਰਦਾ ਤੇ ਤੁਸੀਂ ਉਹਨਾਂ ਨੂੰ ਖੁਦਾ ਦੇ ਕਲਾਮ ਦੇ ਨਾਲ ਜੋੜ ਕੇ ਉਹਨੂੰ ਖੁਦਾ ਦੀਆਂ ਬਖਸ਼ਿਸ਼ਾਂ ਜਿਹੜੀਆਂ ਉਹਨਾਂ ਵੱਲ ਲੈ ਕੇ ਆਉਂਦੇ ਹੋ। ਜਿਸ ਤਰ੍ਹਾਂ ਹੁਣੇ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਸੀਗੀ ਕਿ ਉਹ ਦੋ ਲੋਕ ਜਿਹੜੇ ਕਿ ਅਸੀਂ ਅਗਰ ਲੂਕਾ 24 ਦੀ ਅਸੀਂ 14ਵੀਂ ਆਇਤ ਦੇਖੀਏ ਤੇ ਉਹਦੇ ਵਿੱਚ ਉਹ ਕਿਉਂ ਇਉਂ ਹੋਇਆ ਕਿ ਉਹ ਗੱਲਾਂ ਬਾਤਾਂ ਕਰਦੇ ਹੋਏ ਇਹ ਚਰਚਾ ਕਰਦੇ ਸਨ ਤੇ ਯਿਸੂ ਆਪ ਨੇੜੇ ਹੋ ਕੇ ਉਹਨਾਂ ਦੇ ਨਾਲ ਤੁਰਿਆ ਗਿਆ। ਖੁਦਾਵੰਦ ਯਿਸੂ ਮਸੀਹ ਅੱਜ ਵੀ ਉਹਨਾਂ ਲੋਕਾਂ ਦੇ ਨਾਲ ਤੁਰਦਾ ਹੈ, ਚਾਹੇ ਉਹ ਕਿਸੇ ਦੇ ਰਾਹੀਂ ਤੁਰਦਾ ਹੋਵੇ, ਚਾਹੇ ਉਹ ਉਹਨਾਂ ਨਾਲ ਕਲਾਮ ਦੇ ਰਾਹੀਂ ਤੁਰਦਾ ਹੋਵੇ, ਚਾਹੇ ਉਹ ਥੋਟ ਦੇ ਰਾਹੀਂ ਹੀ ਤੁਰਦਾ
ਤੁਰਦਾ ਹੋਵੇ। ਪਰ ਅਸੀਂ ਡਿਸਾਈਡ ਕਰਨਾ ਹੈ, ਸਾਡੇ ਆਪਣੀ ਜਿਹੜੀ ਮਿਸਟਰੀ ਆਫ ਫੇਥ ਦੀ ਮੈਂ ਗੱਲ ਕਰਨੀ, ਆਪਣੇ ਈਮਾਨ ਦੇ ਰਾਹੀਂ। ਕਿ ਤੁਹਾਡਾ ਈਮਾਨ ਜਾਂ ਇੱਥੋਂ ਤੱਕ ਹੀ ਸੀਮਤ ਆ ਕਿ ਤੁਸੀਂ ਬਸ ਕਿਸੇ ਨੇ ਤੁਹਾਡੀ ਦੁਆ ਕਰ ਦਿੱਤੀ ਤੁਸੀਂ ਚੰਗੇ ਹੋ ਗਏ? ਕਿ ਤੁਹਾਡਾ ਈਮਾਨ ਇੱਥੋਂ ਤੱਕ ਸੀਮਤ ਆ ਕਿ ਤੁਸੀਂ ਕਲਾਮ ਹੀ ਪੜ੍ਹ ਲਿਆ ਤੇ ਤੁਸੀਂ ਚੰਗੇ ਹੋ ਗਏ? ਕੀ ਤੁਹਾਡਾ ਕਲਾਮ ਇੱਥੋਂ ਤੱਕ ਹੀ ਸੀਮਤ ਆ ਕਿ ਤੁਸੀਂ ਖੁਦਾਵੰਦ ਯਿਸੂ ਮਸੀਹ ਦੀ ਸਲੀਬ ਜਿਹੜੀ ਆ ਉਹਦੇ ਬਾਰੇ 'ਚ ਸੋਚ ਲਿਆ ਤੇ ਉਹਦੇ ਉਸ ਕਲਾਮ ਨੂੰ ਚਿੱਤ ਕਰ ਲਿਆ ਕਿ ਉਹ ਇੱਕ ਲੇਲਾ ਸਾਰੀ ਦੁਨੀਆ ਦੇ ਜਿਹੜੇ ਪਾਪ ਆ ਤੇ ਬਿਮਾਰੀਆਂ ਆ ਆਪਣੇ ਉੱਤੇ ਚੁੱਕ ਕੇ ਲੈ ਗਿਆ, ਤੇ ਤੁਸੀਂ ਇਸ ਫੀਲਿੰਗ ਦੇ ਨਾਲ ਚੰਗੇ ਹੋ ਗਏ ਕਿ ਖੁਦਾਵਾਂ ਦਾ ਖੁਦਾ ਸਾਰੇ ਜਿਹੜੇ ਗੁਨਾਹ ਆ ਮੇਰੇ ਸਾਰੀਆਂ ਬਿਮਾਰੀਆਂ ਚੁੱਕ ਕੇ ਲੈ ਗਿਆ, ਤੇ ਮੈਂ ਤਾਂ ਜਿੰਦੀ ਜਾਗਦੀ ਰਸੀਦ ਆ ਇਸ ਚੀਜ਼ ਦੀ, ਕਿਉਂਕਿ ਮੈਂ ਉਹਦੇ ਖੂਨ ਨਾਲ ਖਰੀਦੀ ਹੋਈ ਹਾਂ, ਤੇ ਮੈਂ ਤੇ ਤੰਦਰੁਸਤ ਹੋਣਾ ਹੀ ਹੋਣਾ, ਕਿਉਂਕਿ ਮੇਰੇ ਕੋਲ ਤਾਂ ਬਿਮਾਰੀ ਟਿਕ ਨਹੀਂ ਸਕਦੀ। ਜਿੱਥੇ ਖੁਦਾਵੰਦ ਦੀ ਅੱਗ ਬਲਦੀ ਆ, ਬਿਮਾਰੀ ਦਾ ਕੀ ਕੰਮ ਆ ਕਿ ਉੱਥੇ ਉਹ ਟਿਕ ਜਾਵੇ। ਸੋ ਇਸ ਕਰਕੇ ਅਸੀਂ ਇਹ ਦੇਖਦੇ ਹਾਂ ਕਿ ਅੱਜ ਤੁਹਾਡਾ ਅਮਿਊਜ਼ ਭਾਵ ਤੁਹਾਡਾ ਉਹ ਕੀ ਆ ਕਿ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਜਿਹੜਾ ਨਾ ਅਮਿਊਜ਼ ਆ ਭਾਵ ਕੋਈ ਨਾ ਕੋਈ ਉਹ ਜਗ੍ਹਾ ਆ ਜਿਹੜੀ ਖੁਦਾ ਤੋਂ ਪਰੇ ਉਹਨਾਂ ਨੂੰ ਲੈ ਕੇ ਜਾਂਦੀ ਆ। ਐਂਡ ਅੱਜ ਅਸੀਂ ਇਸੇ ਚੈਪਟਰ ਨੂੰ ਜਿਹੜਾ ਉਹ ਅੱਗੇ ਹੋਰ ਪੜਾਂਗੇ ਤਾਂ ਕਿ ਅਸੀਂ ਦੇਖੀਏ ਕਿ ਖੁਦਾਵੰਦ ਉਹਨਾਂ ਨੂੰ ਕੀ ਕਹਿੰਦੇ ਆ। ਲੂਕਾ 24ਵੇਂ ਦੀ ਅਸੀਂ 36ਵੀਂ ਆਇਤ ਪੜ੍ਹਨ ਜਾ ਰਹੇ। ਅਜੇ ਉਹ ਗੱਲਾਂ ਕਰਦੇ ਹੀ ਸੀ ਕਿ ਉਹ ਆਪ ਉਹਨਾਂ ਦੇ ਵਿੱਚ ਆ ਖਲੋਤਾ ਤੇ ਉਹਨਾਂ ਨੂੰ ਕਿਹਾ ਤੁਹਾਡੀ ਸ਼ਾਂਤੀ ਹੋਵੇ। ਪਰ ਉਹ ਵਿਆਕੁਲ ਜਿਹਾ ਹੋ ਕੇ ਡਰ ਗਿਆ ਤੇ ਇਹ ਸਮਝੇ ਵੀ ਪਤਾ ਨਹੀਂ ਅਸੀਂ ਕਿਸੇ ਭੂਤ ਪ੍ਰੇਤ ਨੂੰ ਵੇਖਦੇ ਹਾਂ। ਤੇ ਉਹਨੇ ਉਹਨਾਂ ਨੂੰ ਕਿਹਾ ਕਾਹਨੂੰ ਘਬਰਾਉਂਦੇ ਹੋ, ਤੁਹਾਡੇ ਮਨਾਂ ਵਿੱਚ ਚਿੰਤਾ ਕਿਉਂ ਆਣ ਉਪਜੀ? ਮੇਰੇ ਹੱਥ ਔਰ ਮੇਰੇ ਪੈਰ ਵੇਖੋ, ਮੈਂ ਹੀ ਹਾਂ, ਮੈਨੂੰ ਟੂਹੋ, ਤੁਸੀਂ ਮੈਨੂੰ ਚੈੱਕ ਕਰੋ, ਮੈਨੂੰ ਟੋਹੋ, ਕਿਉਂਕਿ ਭੂਤ ਦੇ ਮਾਸ ਔਰ ਹੱਡੀਆਂ ਨਹੀਂ ਹੁੰਦੀਆਂ ਜਿਵੇਂ ਤੁਸੀਂ ਮੇਰੇ ਵਿੱਚ ਵੇਖਦੇ ਹੋ। ਇਹ ਕਹਿ ਕੇ ਉਹਨਾਂ ਨੇ ਆਪਣੇ ਹੱਥ ਪੈਰ ਵਿਖਾ ਲਏ ਤੇ ਖੁਸ਼ੀ ਦੇ ਮਾਰੇ ਅਜੇ ਜੋ ਪ੍ਰਤੀਤ ਨਹੀਂ ਕਰਦੇ ਸਨ, ਯਕੀਨ ਨਹੀਂ ਕਰਦੇ ਸਨ, ਹੈਰਾਨ ਹੋ ਰਹੇ ਸਨ ਕਿ ਜਿਵੇਂ ਉਹਨੇ ਉਹਨਾਂ ਨੂੰ ਆਖਿਆ ਸੀ ਇੱਥੇ ਤੁਹਾਡੇ ਕੋਲ ਕੁਝ ਖਾਣ ਨੂੰ ਹੈ। ਤੇ ਉਹਨਾਂ ਨੇ ਉਹਨੂੰ ਭੁੰਨੀ ਹੋਈ ਮੱਛੀ ਦਾ ਟੁਕੜਾ ਦਿੱਤਾ ਤੇ ਉਹਨੇ ਉਹਨਾਂ ਕੋਲੋਂ ਲੈ ਕੇ ਉਹਨਾਂ ਦੇ ਸਾਹਮਣੇ ਉਸ ਨੂੰ ਖਾ ਲਿਆ। ਤੇ ਉਹਨੇ ਕਿਹਾ ਇਹ ਉਹੀ ਗੱਲਾਂ ਹਨ ਜਿਹੜੀਆਂ ਮੈਂ ਤੁਹਾਡੇ ਨਾਲ ਹੁੰਦਿਆਂ ਹੋਇਆ ਤੁਹਾਨੂੰ ਆਖੀਆਂ ਸਨ, ਤੇ ਇਹਨਾਂ ਸਭਨਾਂ ਗੱਲਾਂ ਦਾ ਪੂਰਾ ਹੋਣਾ ਜ਼ਰੂਰ ਹੈ, ਕਿਉਂਕਿ ਮੂਸਾ ਦੀ ਤੁਰੇਤ ਤੇ ਨਬੀਆਂ ਦੀਆਂ ਕਿਤਾਬਾਂ ਤੇ ਜ਼ਬੂਰਾਂ ਵਿੱਚ ਮੇਰੇ ਹੱਕ ਮੁਤਾਬਿਕ ਇਹ ਹੀ ਲਿਖਿਆ ਹੋਇਆ ਹੈ, ਜੇ ਨੇ ਉਹਨਾਂ ਦੀ ਅਕਲ ਖੋਲ ਦਿੱਤੀ ਜੋ ਉਹਨਾਂ ਕਿਤਾਬਾਂ ਨੂੰ ਸਮਝ ਲੈਣ। ਤੇ ਉਹਨਾਂ ਨੂੰ ਕਿਹਾ ਕਿ ਉਹ ਲਿਖਿਆ ਕਿ ਮਸੀਹ ਦੁੱਖ ਝੱਲੇਗਾ ਤੇ 30 ਦਿਨ ਮੁਰਦੇ ਵਿੱਚ ਜੀ ਉੱਠੇਗਾ ਤੇ ਯਰੂਸ਼ਲਮ ਤੋਂ ਲੈ ਕੇ ਸਾਰੀਆਂ ਕੌਮਾਂ ਵਿੱਚ ਉਹਦੇ ਨਾਮ ਦੇ ਉੱਤੇ ਤੌਬਾ ਔਰ ਉਹਦੇ ਪਾਪਾਂ ਦੀ ਮਾਫੀ ਦਾ ਪ੍ਰਚਾਰ ਕੀਤਾ ਜਾਵੇਗਾ। ਸੋ ਤੁਸੀਂ ਇਹਨਾਂ ਗੱਲਾਂ ਦੇ ਗਵਾਹ ਹੋ ਅਤੇ ਵੇਖੋ ਮੈਂ ਆਪਣੇ ਪਿਤਾ ਦਾ ਕਰਾਰ ਤੁਹਾਡੇ ਤੇ ਘੱਲਦਾ ਹਾਂ, ਜਦ ਤੱਕ ਤੁਸੀਂ ਉੱਪਰੋਂ ਸ਼ਕਤੀ ਨਾ ਪਾਵੋ ਸ਼ਹਿਰ ਵਿੱਚ ਹੀ ਰਹੋ। ਹੁਣ ਦੇਖੋ ਸ਼ਹਿਰ ਵਿੱਚ ਰਹੋ, ਜਦ ਤੱਕ ਤੁਸੀਂ ਉੱਪਰੋਂ ਸ਼ਕਤੀ ਨਾ ਪਾਵੋ ਸ਼ਹਿਰ ਵਿੱਚ ਰਹੋ। ਬਹੁਤ ਜ਼ਬਰਦਸਤ ਆਇਤ ਆ, ਇਹ ਤੁਹਾਡੇ ਲਈ ਬਹੁਤ ਕੰਮ ਦੀ ਹੋ ਸਕਦੀ ਆ। ਇਹ ਹੈਗੀ ਮੈਂ ਪੜ੍ਹ ਰਹੀ ਹਾਂ 49 24ਵੇਂ ਚੈਪਟਰ ਦੀ ਮੈਂ 49ਵੀਂ ਆਇਤ ਪੜ੍ਹ ਰਹੀ ਹਾਂ। ਤੇ ਵੇਖੋ ਮੈਂ ਪਿਤਾ ਦਾ ਇਕਰਾਰ ਤੁਹਾਡੇ ਉੱਤੇ ਘੱਲਦਾ ਹਾਂ, ਪਰ ਜਦ ਤੱਕ ਤੁਸੀਂ ਉੱਪਰੋਂ ਸ਼ਕਤੀ ਨਾ ਪਾਵੋ ਤੁਸੀਂ ਸ਼ਹਿਰ ਵਿੱਚ ਰਹੋ। ਪਿਤਾ ਦਾ ਇਕਰਾਰ, ਕਿਉਂਕਿ ਖੁਦਾ ਨੇ ਉਹਨੂੰ ਕਿਹਾ ਸੀਗਾ ਕਿ ਜਿਹੜਾ ਮੇਰਾ ਆ ਮੈਂ ਤੈਨੂੰ ਆਪਣੇ ਲੋਕਾਂ ਨੂੰ ਦਿੱਤਾ ਆ ਕਿ ਤੂੰ ਜਾ ਕੇ ਉਹ ਲੋਕ ਜਿਹੜੇ ਮੇਰੇ ਆ, ਜਿਹੜੇ ਭਟਕੇ ਫਿਰਦੇ ਆ, ਭੁੱਲੇ ਹੋਏ ਆ, ਜਿਹੜੇ ਬੁੱਤ ਪੂਜਕਾਂ ਦੇ ਵਿੱਚ ਫਸੇ ਹੋਏ ਆ, ਤੂੰ ਉਹਨਾਂ ਨੂੰ ਬਚਾ ਤਾਂ ਕਿ ਮੈਂ ਉਹਨਾਂ ਨੂੰ ਤੇਰੇ ਵਾਂਗੂ ਜਿਸ ਤਰ੍ਹਾਂ ਮੈਂ ਤੈਨੂੰ ਘੱਲਿਆ ਮੈਂ ਉਹ ਵੀ ਸੁੱਖ ਸ਼ਾਂਤੀ ਗ੍ਰਹਿਣ ਕਰ ਸਕਣ। ਕਰਾਰ, ਉਹ ਕਰਾਰ ਦਾ ਖੁਦਾ ਆ, ਉਹਨੇ ਕਿਹਾ ਤਾਂ ਉਹਨੇ ਨਿਭਾਇਆ, ਉਹਨੇ ਆਇਆ, ਉਹਨੇ ਉਹਨਾਂ ਨੂੰ ਛੁਟਕਾਰਾ ਦਿਵਾਇਆ। ਪਰ ਫਿਰ ਉਹ ਵਾਪਸ ਉਹਨਾਂ ਨੂੰ ਕੀ ਕਹਿ ਰਿਹਾ, ਅਜੇ ਉਹਨਾਂ ਨੂੰ ਕਹਿ ਰਿਹਾ ਕਿ ਪਰ ਤੁਸੀਂ ਉਦੋਂ ਤੱਕ ਜਦੋਂ ਤੱਕ ਸ਼ਕਤੀ ਨਾ ਪਾਓ। ਹੁਣ ਦੇਖੋ ਕਰਾਰ ਵੀ ਹੋ ਗਿਆ, ਫਰਜ਼ ਕੀਤਾ ਮੈਂ ਤੁਹਾਡੇ ਨਾਲ ਇਕਰਾਰ ਵੀ ਕਰ ਲਿਆ ਕਿ ਮੈਂ ਤੁਹਾਡੇ ਲਈ ਦੁਆ ਕਰ ਦਿੱਤੀ ਆ, ਮੈਂ ਤੁਹਾਨੂੰ ਮੱਸਾ ਕੀਤਾ, ਤੇਲ ਵੀ ਦੇ ਦਿੱਤਾ, ਤੁਹਾਡੇ ਹੱਥ ਵਿੱਚ ਤੇਲ ਵੀ ਹੈਗਾ ਆ, ਤੁਹਾਡੇ ਮੈਂ ਸਿਰ ਤੇ ਦੁਆ ਵੀ ਕਰ ਦਿੱਤੀ ਆ, ਤੁਹਾਡੇ ਹੱਥਾਂ 'ਚ ਦੁਆ। ਪਰ ਫਿਰ ਵੀ ਜੇ ਤੁਸੀਂ ਸ਼ਾਂਤੀ ਨਹੀਂ ਪਾ ਰਹੇ ਤਾਂ ਇਹਦਾ ਕੀ ਮਤਲਬ ਆ? ਇਹਦਾ ਮਤਲਬ ਆ ਕਿ ਤੁਸੀਂ ਖੁਦਾਵੰਦ ਦੀ ਜਿਹੜੀ ਉਹ ਸ਼ਕਤੀ ਆ ਤੁਸੀਂ ਉਹਨੂੰ ਆਪਣੇ ਅੰਦਰ ਨਹੀਂ ਲੈ ਪਾ ਰਹੇ, ਤੁਸੀਂ ਆਪਣੇ ਮਨ ਨੂੰ ਹੀ ਨਹੀਂ ਸਾਫ਼ ਕਰ ਰਹੇ, ਤੁਸੀਂ ਆਪਣੀ ਸੋਚ ਦੇ ਅੰਦਰ ਤੇ ਆ ਚੀਜ਼ਾਂ ਭਟਕਾ ਕੇ ਰੱਖੀਆਂ ਹੋਈਆਂ ਕਿ ਫਲਾਣੇ ਰੰਗ ਦਾ ਕੱਪੜਾ ਪਾਇਆ, ਫਲਾਣੇ ਫਲਾਂ ਰੰਗ ਦੀ ਅੱਖਾਂ ਦੇ ਉੱਤੇ ਐਨਕ ਲਾਈ ਆ, ਫਲਾਣੇ ਲਿਪਸਟਿਕ ਲਗਾਈ ਆ, ਫਲਾਣੇ ਤਰੀਕੇ ਦੇ ਨਾਲ ਵਾਲਾਂ ਨੂੰ ਕੀਤਾ, ਉਹਦੇ ਵਾਲ ਲੰਬੇ ਕਿਉਂ, ਉਹਦੇ ਵਾਲ ਛੋਟੇ ਕਿਉਂ।
क्योंकि तुसी अपने दिल नूं खुदा दे नाल जोड़न लई खाली नहीं कीता, तुसी इस जिस्म नूं जिहड़ा कि इस मिट्टी तो लैके बनाया गया, इसे मिट्टी दे विच रह जाना आ, तुसी ओहदा फिक्र करन डए होए हो, तुसी ओहदे फिक्र च पए होए हो ਜਿਹੜਾ ਇਸ ਧਰਤੀ ਦੇ ਲਈ ਬਣਾਇਆ ਗਿਆ। ਕਿਉਂਕਿ ਉਸ ਧਰਤੀ ਦੇ ਉਹ ਜਿਹੜਾ ਅਸਮਾਨ ਆ ਉਹਦੇ ਉੱਤੇ ਤਾਂ ਜਿਸਮ ਕਿਸੇ ਕੰਮ ਦਾ ਹੀ ਨਹੀਂ, ਉੱਥੇ ਤਾਂ ਇਸ ਜਿਸਮ ਨੇ ਨਹੀਂ ਹੋਣਾ, ਉੱਥੇ ਤਾਂ ਸਾਨੂੰ ਜਿਹੜਾ ਨਾ ਉੱਥੇ ਤਾਂ ਸਾਨੂੰ ਸੰਸਾਰਕ ਜਿਸਮ ਨਹੀਂ, ਉੱਥੇ ਤਾਂ ਬਲਕਿ ਸਾਡਾ ਜਲਾਲੀ ਜਿਸਮ ਹੋਣਾ ਆ। ਤੇ ਤੁਸੀਂ ਜਲਾਲੀ ਜਿਸਮ ਦੇ ਵਿੱਚ ਜਾਣ ਦੇ ਲਈ ਜਾਣਨ ਦੀ ਕੋਸ਼ਿਸ਼ ਕਰ ਲਈ ਉਹ ਸ਼ਕਤੀ ਜਿਹਦੀ ਇੱਥੇ ਖੁਦਾਵੰਦ ਨੇ ਗੱਲ ਕੀਤੀ ਆ, ਉਹ ਤੁਸੀਂ ਉਹਦਾ ਫਿਕਰ ਕਰਨ ਦੀ ਬਜਾਏ ਤੁਸੀਂ ਸੰਸਾਰਕ ਜਿਸਮ ਦੇ ਭਟਕਣਾ ਵਿੱਚ ਪਏ ਹੋਏ ਹੋ। ਜਦੋਂ ਕਿ ਉਹਨੇ ਕਿਹਾ ਕਿ ਤੁਸੀਂ ਜਦੋਂ ਤੱਕ ਉੱਪਰੋਂ ਸ਼ਕਤੀ ਨਾ ਪਾਵੋ, ਸ਼ਹਿਰ ਵਿੱਚ ਰਹੋ। ਕਿਹੜਾ ਸ਼ਹਿਰ? ਇਸ ਜਿਸਮ ਦੇ ਸ਼ਹਿਰ ਦੇ ਵਿੱਚ ਖਾਸ ਕਲਾਮ ਦੀ ਪਕੜ ਦੇ ਵਿੱਚ ਤੁਸੀਂ ਅਮਾਨ, ਜਿਹਦੀ ਮੈਂ ਤੁਹਾਨੂੰ ਮਿਸਟਰੀ ਦੀ ਗੱਲ ਕੀਤੀ ਆ, ਜਦੋਂ ਤੱਕ ਤੁਸੀਂ ਸ਼ਕਤੀ ਨਾ ਪਾ ਲਓ, ਜਦੋਂ ਤੁਸੀਂ ਖੁਦਾ ਦੇ ਨਾਲ ਜੁੜੇ ਰਹੋ, ਆਪਣੇ ਕਲਾਮ ਦੇ ਨਾਲ ਜੁੜੇ ਰਹੋ, ਉਹਦੇ ਮੂਹਰੇ ਤੁਸੀਂ ਮੂੰਹ ਦੇ ਮੂੰਹ ਡਿੱਗ ਕੇ ਉਹਦੇ ਕੋਲੋਂ ਮੰਗਦੇ ਰਹੋ ਕਿ ਖੁਦਾਵੰਦ ਸਾਨੂੰ ਉਹ ਸ਼ਕਤੀ ਦੇ। ਕਿਹੜੀ ਸ਼ਕਤੀ? ਪਾਕਰੂ ਦਾ ਮੱਸਾ। ਜਿੰਨਾ ਚਿਰ ਤੁਹਾਡੇ ਅੰਦਰ ਪਾਕਰੂ ਦਾ ਮੱਸਾ ਨਹੀਂ ਆ ਜਾਂਦਾ, ਉਹਨਾਂ ਚਿਰ ਤੁਸੀਂ ਖੁਦਾ ਦੇ ਨਾਲ ਚੁੰਬੜੇ ਰਹੋ, ਕਿਉਂਕਿ ਜਿਹੜਾ ਉਹਦੇ ਕੋਲ ਮੰਗਦਾ ਆ ਉਹ ਪਾ ਲੈਂਦਾ ਹੈ। ਜਿਸ ਤਰ੍ਹਾਂ ਕਲਾਮ ਦੇ ਵਿੱਚ ਬਾਰ-ਬਾਰ ਕਿਹਾ ਗਿਆ, ਲੂਕਾ ਦੇ ਵਿੱਚ ਉਹਨੇ ਕਿਹਾ ਹੈ ਬਹੁਤ ਵਾਰੀ, ਉਹਨੇ ਕਿਹਾ ਜਿਹੜਾ ਮੰਗੋਗੇ ਤਾਂ ਪਾਓਗੇ, ਖੜਕਾਓਗੇ ਤਾਂ ਖੋਲ੍ਹਿਆ ਜਾਊਗਾ। ਫਿਰ ਉਹਨੇ ਅਸੀਂ ਦੇਖ ਲੈਂਦੇ ਹਾਂ ਯਾਕੂਬ ਨੂੰ, ਯਾਕੂਬ ਨੇ ਜਦੋਂ ਘੋਲ ਕੀਤਾ ਫਰਿਸ਼ਤੇ ਦੇ ਨਾਲ, ਤੇ ਉਹਨੇ ਬਹੁਤ ਫੁੱਟੇਲਾ ਜਿਹੜਾ ਕਿ 5 ਵਜੇ ਤੋਂ ਪਹਿਲਾਂ ਦਾ ਟਾਈਮ ਹੁੰਦਾ, ਉਦੋਂ ਤੱਕ ਉਹ ਝਗੜਦਾ ਰਿਹਾ, ਤੇ ਉਹਨੇ ਕਿਹਾ ਕਿ ਮੈਂ ਤੇਰੇ ਕੋਲੋਂ ਬਰਕਤ ਲੈ ਕੇ ਛੱਡਣੀ, ਜੋ ਮਰਜ਼ੀ ਹੋ ਜਾਵੇ। ਤੇ ਉਹਨੇ ਲੈ ਲਈ, ਉਹਨੇ ਹਾਸਲ ਕੀਤੀ। ਹੋਰ ਤੁਸੀਂ ਜਿਹਨੂੰ ਮਰਜ਼ੀ ਦੇਖ ਲਓ, ਗਿਦਾਉਨ ਨੂੰ ਦੇਖ ਲਓ, ਜਿਦਾਉਨ ਜਿਹਨੂੰ ਤੁਸੀਂ ਕਹਿੰਦੇ ਹੋ, ਮੈਂ ਗਿਦਾਉਨ ਕਹਿੰਦੀ ਹਾਂ ਕਿ ਮੇਰੀ ਪੰਜਾਬੀ ਦੇ ਵਿੱਚ ਉਹਨੂੰ ਗੱਗੇ ਨਾਲ ਪੜ੍ਹਿਆ ਜਾਂਦਾ, ਇੰਗਲਿਸ਼ ਵਿੱਚ ਵੀ ਗਿਦਾਉਨ ਕਿਹਾ ਜਾਂਦਾ। ਗਿਦਾਉਨ ਨੂੰ ਜਦੋਂ ਕਿਹਾ ਗਿਆ ਕਿ ਉਹਨੇ ਵੀ ਆਹੀ ਕਿਹਾ, ਉਹ ਕਹਿੰਦਾ ਠੀਕ ਆ, ਮੈਨੂੰ ਦੁਬਾਰਾ ਤੇ ਫਿਰ ਇਹ ਦੱਸ ਕਿ ਤੂੰ ਹੀ ਆਏ ਕਹਿ ਰਿਹਾ। ਇੱਕ ਵਾਰੀ ਉਹਨੇ ਕਿਹਾ ਕਿ ਜਿਹੜੀ ਹੈਗੀ ਆ ਜ਼ਮੀਨ ਇੱਥੋਂ ਇਹ ਸੁੱਕੀ ਰਹਿ ਜਾਵੇ, ਬਾਕੀ ਦੀ ਸਾਰੀ ਜ਼ਮੀਨ ਤੇ ਤੇਲ ਪੈ ਜਾਵੇ। ਦੂਸਰੀ ਵਾਰ ਉਹਨੇ ਕਿਹਾ ਫਿਰ ਦੁਬਾਰਾ ਇੱਕ ਵਾਰੀ ਜਿਹੜੀ ਜ਼ਮੀਨ ਇਹਨੂੰ ਗਿੱਲੀ ਕਰ ਦੇ, ਬਾਕੀ ਸਾਰਾ ਸੁੱਕਾ ਕਰ ਦੇ, ਕਿ ਮੈਂ ਜਾਣਾ ਕਿ ਤੂੰ ਖੁਦਾਵੰਦ ਦਾ ਖੁਦਾ ਹੀ ਆ। ਪਰ ਉਹਨੇ ਉਹਦੇ ਲਈ ਕੀਤਾ ਬਾਅਦ ਵਿੱਚ ਜਿਦਾਉਨ ਨੇ ਵੀ ਜੋ ਕੁਛ ਉਹਨੂੰ ਹੁਕਮ ਮਿਲਿਆ ਉਸ ਤਰੀਕੇ ਦੇ ਨਾਲ ਉਹਨੇ ਕੀਤਾ, ਤਾਂ ਉਹਦੇ ਕੋਲ ਉਹ ਹਾਸਿਲ ਕੀਤੀ ਉਹ ਬਰਕਤ ਜਿਹੜੀ ਉਹਨੇ ਕਿਹਾ ਸੀ। ਉਹ ਕਹਿੰਦਾ ਸੀ ਅਸੀਂ ਮਿਦਿਆਨੀਆਂ ਜਿਹਨੂੰ ਕਹਿੰਦੇ ਤੂੰ ਸਾਨੂੰ ਕਿਹਾ ਕਿ ਅਸੀਂ ਸ਼ਹਿਦ ਤੇ ਦੁੱਧ ਦੇ ਦੇਸ਼ ਵਾਲੇ ਲੋਕੀਆਂ, ਅਸੀਂ ਸਾਡਾ ਅਬਰਾਹਮ ਸਾਡਾ ਪਿਓ ਆ, ਤੇ ਸਾਡੇ ਕੋਲ ਜ਼ਮੀਨ ਦੇ ਉੱਤੇ ਜਿਹੜੀ ਕਣਕ ਹੁੰਦੀ ਹੈ ਜਾਂ ਜੋ ਵੀ ਫਸਲ ਹੁੰਦੀ, ਉਹਨੂੰ ਮਿਡਨਾਈਟਸ ਦੀ ਜਿਹੜੀ ਕੌਮ ਹੈ ਮਿਦਿਆਨੀ, ਉਹ ਕੱਟ ਕੇ ਲੈ ਜਾਂਦੇ। ਕਿੱਥੇ ਆ ਸਾਡੀ ਬਰਕਤ? ਕਿੱਥੇ ਆ? ਖੁਦਾ ਨੇ ਕਿਹਾ ਕਿਉਂਕਿ ਤੂੰ ਆ, ਮੈਂ ਤੈਨੂੰ ਚੁਣਿਆ, ਤੂੰ ਉਸ ਬਰਕਤ ਨੂੰ ਹਾਸਿਲ ਕਰਨ ਲਈ ਆ ਜਿਹੜੀ ਇੱਥੇ ਰੁਕਾਵਟਾਂ ਹੈ ਉਹਨਾਂ ਨਾਲ ਤੂੰ ਲੜੇਂਗਾ। ਜਿਹੜਾ ਤੇਰੇ ਪਿਓ ਨੇ ਐਡਾ ਵੱਡਾ ਉੱਥੇ ਜਗਵੇਦੀ ਜਿਹਦੇ ਉੱਤੇ ਐਡੀ ਵੱਡੀ ਮੂਰਤੀ ਬਣਾ ਕੇ ਰੱਖੀ ਹੋਈ ਆ, ਤੂੰ ਉਹਨੂੰ ਕਤਲ ਕਰੇਂਗਾ, ਬਾਹਰ ਕੱਢੇਂਗਾ, ਉੱਥੇ ਤੂੰ ਇੱਕ ਕੁਰਬਾਨੀ ਦੇਵੇਂਗਾ ਇੱਕ ਰਾਖਵੇਂ ਬਲਦ ਦੀ, ਤੇ ਉਸ ਤੋਂ ਬਾਅਦ ਤੈਨੂੰ ਕੀ ਕੀਤਾ ਜਾਏਗਾ? ਤੇ ਫਿਰ ਤੂੰ ਉਹਨਾਂ ਲੋਕਾਂ ਨਾਲ ਲੜੇਂਗਾ ਤੇ ਤੂੰ ਹਾਸਿਲ ਕਰੇਂਗਾ। ਤੇ ਉਹਨੇ ਕੀਤੀ, ਉਹਨੂੰ ਇਹ ਤਾਕਤ ਦਿੱਤੀ, ਉਹਨੇ ਕੀਤੀ। ਐਸੇ ਇਲਾਜਾ ਜਿਹਦੀ ਮੈਂ ਗੱਲ ਕੀਤੀ ਹੈ, ਜਿਹਦੇ ਉੱਤੇ ਇੰਨਾ ਕੁਛ ਹੋਇਆ। ਜਦੋਂ ਗੱਲ ਕਰ ਰਹੇ ਆਪਾਂ ਕਿ ਜਿਹੜੇ ਮਿਸਟਰੀ ਆਫ ਫੇਥ ਦੀ, ਕਿ ਜਿਹੜੇ ਵਿਸ਼ਵਾਸ ਦੀਆਂ, ਈਮਾਨ ਦੀਆਂ ਜਿਹੜੀਆਂ ਪਰਤਾਂ ਆਪਾਂ ਉਹਨਾਂ ਨੂੰ ਖੋਲ ਰਹੇ ਆ, ਉਹਦੇ ਇੱਕ ਐਸੇ ਇਲਾਜਾ ਦੀ ਇੱਕ ਇਹੋ ਜਿਹੀ ਪਰਤ ਵੀ ਹੈਗੀ ਆ, ਇੰਨਾ ਕੁਛ ਕਰਨ ਵਾਲਾ, ਇੰਨੇ ਮੋਜ਼ੇ ਕਰਨ ਵਾਲਾ। ਅੱਗੇ ਜਾ ਕੇ ਤੁਸੀਂ ਪੜ੍ਹਦੇ ਜਾਓ, ਤੁਸੀਂ ਦੇਖੋਗੇ ਕਿ ਇੰਨਾ ਮੋਜ਼ੇ ਕਰਨ ਵਾਲਾ ਇੱਕ ਇਹੋ ਜਿਹਾ ਵਕਤ ਆ ਜਾਂਦਾ ਕਿ ਈਜ਼ਬਲ ਨਾਂ ਦੀ ਇੱਕ ਜਿਹੜੀ ਔਰਤ ਆ, ਉਹਦੇ ਕਿਉਂਕਿ ਅੰਗੇਜ ਕਰ ਲੈਂਦਾ ਆਪਣਾ ਈਮਾਨ। ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਖੁਦਾ ਦੇ ਨਾਲ ਅੰਗੇਜ। ਜਿਹੜੇ ਮੈਂ ਸ਼ਹਿਰ ਦੀ ਗੱਲ ਕੀਤੀ, ਤੁਸੀਂ ਆਪਣੇ ਜਿਸਮ ਰੂਪੀ ਸ਼ਹਿਰ ਦੇ ਵਿੱਚ ਤੁਸੀਂ ਕਲਾਮ ਰੂਪੀ ਅਮਿਊਸ ਜਿਹੜਾ ਤੁਹਾਡਾ ਯਰੂਸ਼ਲਮ, ਇਹਦੇ ਨਾਲ ਜੁੜੇ ਹੋਏ ਹੋ, ਤੇ ਤੁਸੀਂ ਖੁਦਾ ਦੇ ਕੋਲੋਂ ਉਹ ਸ਼ਕਤੀ ਜਿਹੜੀ ਪਾਕਰੂ ਦੀ ਉਹ ਲੈਂਦੇ ਹੋ ਕਿ ਨਹੀਂ? ਜੇ ਤੁਸੀਂ ਉਹ ਲੈ ਲਈ ਹੈ ਤਾਂ ਤੁਸੀਂ ਉਹਦੇ ਨਾਲ ਸੇਫ ਹੋ, ਸੁਰੱਖਿਅਤ ਹੋ। ਖੁਦਾ ਨੇ ਇੱਥੇ ਕਿਹਾ ਕਿ ਉਹਨਾਂ ਚਿਰ ਤੁਸੀਂ ਬਾਹਰ ਨਹੀਂ ਜਾਣਾ ਜਿੰਨੇ ਚਿਰ ਤੁਹਾਡੇ ਕੋਲ ਉੱਪਰੋਂ ਸ਼ਕਤੀ ਨਾ ਪਾਓ। ਪਰ ਸ਼ਕਤੀ ਜੇ ਪੈ ਵੀ ਗਈ ਹੈ ਤੇ ਸ਼ੈਤਾਨ ਚੁੱਪ ਕਰਕੇ ਨਹੀਂ ਬੈਠਣ ਲੱਗਿਆ। ਜੇ ਫਰਜ਼ ਕੀਤਾ ਤੁਹਾਡੇ ਕੋਲ ਸ਼ਕਤੀ ਆ ਗਈ, ਪਾਕਰੂ ਦਾ ਮੱਸਾ ਹੈਗਾ, ਤੁਹਾਨੂੰ ਕੀ ਲੱਗਦਾ ਚੁੱਪ ਕਰ ਜਾਊਗਾ? ਉਹਨੇ ਤਰ੍ਹਾਂ ਦੇ ਲੋਕਾਂ ਨੂੰ ਲਿਆ ਕੇ ਤੁਹਾਡੀ ਸੂਈਆਂ ਚੁਭੋਈ ਜਾਣੀਆਂ। ਚਾਹੇ ਉਹ ਕਿਸੇ ਦੀ ਬਿੱਲ ਨਹੀਂ ਮੇਰਾ ਹੁੰਦਾ, ਮੇਰੇ ਕੋਲ ਖਾਣ ਨੂੰ ਨਹੀਂ ਹੈਗਾ, ਮੇਰਾ ਫਲਾਣਾ ਬਿਮਾਰ ਹੋ ਗਿਆ, ਤੇਰੀਆਂ ਫਲਾਣਾ ਆਹ ਗੱਲਾਂ ਕਰਦਾ ਆ, ਉਹ ਤੇਰੀ ਧੀ ਨੂੰ ਆਹ ਹੋ ਗਿਆ, ਤੇਰੇ ਪੁੱਤ ਨੂੰ ਆਹ ਹੋ ਗਿਆ, ਤੂੰ ਇੰਝ ਨਹੀਂ ਲੱਗਦਾ। ਉਹਨੇ ਆਪਣਾ ਕੰਮ ਜਾਰੀ ਰੱਖਣਾ ਆ। ਇਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਉਹ ਸ਼ਕਤੀ ਜਿਹੜੀ ਪਿਤਾ ਕੋਲੋਂ ਪਾਈ ਆ, ਪਾਕਰੂ ਦਾ ਮੱਸਾ, ਕਿ ਤੁਸੀਂ ਉਹਦੇ 'ਚ ਬਰਕਰਾਰ ਹੋ। ਕਿਉਂਕਿ ਹੁਣ ਇੱਥੇ ਅਲਾਈਜਾ ਨਹੀਂ ਉਸ ਸ਼ਕਤੀ 'ਚ ਬਰਕਰਾਰ ਰਿਹਾ, ਉਹਨੇ ਡਰ ਨੂੰ ਆਪਣਾ ਜਿਹੜਾ ਈਮਾਨ ਜਿਹੜਾ ਕਿ ਉਹ ਖੁਦਾ ਦੇ ਨਾਲ ਜੋੜੇ ਰੱਖਣਾ ਸੀ, ਉਹਨੂੰ ਡਰ ਨੂੰ ਦੇ ਦਿੱਤਾ। ਡਰ ਨੂੰ ਦੇਣ ਦਾ ਨਤੀਜਾ ਕਿ ਈਜ਼ਬਲ
ਇੱਥੋਂ ਤੱਕ ਬੁਰੇ ਦੇ ਨਾਲ ਅੰਗੇਜ ਹੋਣਾ ਜਿਹੜਾ ਨਾ, ਉਹ ਸਾਡੇ ਲਈ 100 ਦੇ ਵਿੱਚੋਂ 200 ਦਾ ਘੱਟ ਆਇਆ। ਉਹਨੂੰ ਕੰਨ ਕੀ ਦਿੱਤਾ ਕਿ ਇਸਬਲ ਕੀ ਕਹਿ ਰਹੀ ਤੇਰੇ ਲਈ। ਉਹ ਕਹਿੰਦੀ ਕਿ ਮੈਂ ਤੈਨੂੰ ਹੁਣੇ ਹੀ ਵਡਾ ਸੁੱਟਣਾ ਆ, 50 ਮਤਲਬ ਲੋਕਾਂ ਨੂੰ ਉਹਨੇ ਵਡਾ ਸੁੱਟਿਆ, ਤੇ ਫਿਰ ਉਹ ਬਾਅਦ ਵਿੱਚ ਗੱਲ ਕਰਦੀ 50 ਨੂੰ ਵੱਢ ਕੇ। ਤੇ ਉਹ ਜੀ ਜਦੋਂ ਉਹਨੇ ਇਸ ਗੱਲ ਨੂੰ ਆਪਣੇ ਕੰਨ ਦਿੱਤੇ ਤੇ ਉਹ ਜੀ ਡਰ ਪਿਆ, ਇੰਨਾ ਡਰ ਗਿਆ ਕਿ ਮੁੜ ਕੇ ਕੁਛ ਵੀ ਨਹੀਂ ਕਰ ਹਾਊ ਐਗਜ਼ੈਕਟਲੀ ਚਾਹੁੰਦਾ ਸੀ। ਸ਼ੈਤਾਨ ਨੇ ਆਪਣਾ ਕੰਮ ਕਰ ਦਿੱਤਾ ਉਹਦੇ ਉੱਤੇ। ਖੁਦਾ ਅੱਗੇ ਤੁਸੀਂ ਪੜ੍ਹੋ ਉਹਨੂੰ, ਖੁਦਾ ਆਪ ਰੱਬ ਆਪ ਆ ਕੇ ਉਹਨੂੰ ਕਹਿੰਦਾ ਆ, ਕੀ ਕਹਿੰਦਾ ਅਲੀਸ਼ਾ ਬਾਹਰ ਨਿਕਲ, ਤੂੰ ਗੁਫਾ ਦੇ ਵਿੱਚ ਛੁਪ ਕੇ ਕਿਉਂ ਬੈਠਾ ਹੋਇਆ। ਫਿਰ ਦੇਖ ਲੈਂਦਾ ਕਿ ਉਹਦਾ ਕੁਛ ਨਹੀਂ ਕਰ ਪਾਉਂਦਾ। ਫਿਰ ਕਹਿੰਦਾ ਕਿ ਚੱਲ ਹੁਣ ਤੂੰ ਆਪਣਾ ਜਿਹੜਾ ਆਹ ਆ ਜੋ ਕੁਛ ਮੈਂ ਤੈਨੂੰ ਦਿੱਤਾ ਹੈ ਕਿਸੇ ਹੋਰ ਨੂੰ ਦੇ ਦੇ, ਤਾਂ ਕਿ ਤੂੰ ਇਹ ਕੰਮ ਕਰਨ ਦੇ ਕਾਬਿਲ ਨਹੀਂ ਰਹਿ ਗਿਆ। ਅਸੀਂ ਅੱਜ ਜੋ ਦੇਖ ਰਹੇ ਹਾਂ ਉਹ ਇਹ ਦੇਖ ਰਹੇ ਹਾਂ ਕਿ ਈਮਾਨ ਦੀਆਂ ਜਿਹੜੀਆਂ ਪਰਤਾਂ ਆ, ਤੁਸੀਂ ਕਿਹੜੀ ਪਰਤ ਦੇ ਵਿੱਚ ਹੈਗੇ ਹੋ। ਤੁਸੀਂ ਕੀ ਖੁਦਾ ਦੇ ਕੋਲੋਂ ਖੁਦਾ ਨੂੰ ਲੈਣ ਵਾਲੀ ਬਖਸ਼ਿਸ਼ ਦੇ ਵਿੱਚ ਹੈਗੇ ਹੋ, ਜਾਂ ਖੁਦਾ ਦੇ ਕੋਲੋਂ ਪੈਸੇ ਲੈਣ ਵਾਲੀ ਬਖਸ਼ਿਸ਼ ਦੇ ਵਿੱਚ ਹੋ, ਜਾਂ ਖੁਦਾ ਦੇ ਕੋਲੋਂ ਸ਼ੋਹਰਤ ਨਾ ਲੈਣ ਵਾਲੀ ਬਖਸ਼ਿਸ਼ ਮੰਗਦੇ ਹੋ, ਜਾਂ ਤੁਸੀਂ ਖੁਦਾ ਦੇ ਕੋਲੋਂ ਅੱਛਾ ਰੰਗ ਰੂਪ ਲੈਣ ਵਾਲੀ ਬਖਸ਼ਿਸ਼ ਦੇ ਵਿੱਚ ਹੋ, ਜੇ ਤੁਸੀਂ ਉਹਨਾਂ ਦੇ ਕੋਲੋਂ ਬੱਚੇ ਲੈਣ ਵਾਲੀ ਬਖਸ਼ਿਸ਼ ਮੰਗਦੇ ਹੋ, ਜਾਂ ਤੁਸੀਂ ਖੁਦਾ ਦੇ ਕੋਲੋਂ ਖੁਦਾ ਦੀ ਮਰਜ਼ੀ ਜਿਹੜੀ ਆ ਉਹ ਲੈਣ ਦੀ ਪਰਤ ਦੇ ਵਿੱਚ ਹੋ। ਸੋ ਅਗਰ ਤੁਸੀਂ ਖੁਦਾ ਦੇ ਕੋਲੋਂ ਖੁਦਾ ਦੀ ਮਰਜ਼ੀ ਮੰਗਦੇ ਹੋ ਤੇ ਤੁਸੀਂ ਖੁਦਾ ਦੇ ਨਾਲ ਹਮੇਸ਼ਾ ਰਹੋਗੇ। ਇਹ ਸ਼ਕਤੀ ਜਿਹੜੀ ਤੇ ਮੈਂ ਗੱਲ ਕੀਤੀ ਆ ਉਹ ਹਮੇਸ਼ਾ ਤੁਹਾਡੇ ਨਾਲ ਰਹੇਗੀ, ਕਿਉਂਕਿ ਖੁਦਾ ਦੀ ਮਰਜ਼ੀ ਦੇ ਨਾਲ ਤੁਸੀਂ ਸਾਰੇ ਦਰਵਾਜ਼ੇ, ਸਾਰੀਆਂ ਖਿੜਕੀਆਂ ਤੁਸੀਂ ਬੰਦ ਕਰ ਦਿੱਤੀਆਂ, ਜਿਨ੍ਹਾਂ ਦੇ ਰਾਹੀਂ ਸ਼ੈਤਾਨ ਆ ਕੇ ਤੁਹਾਨੂੰ ਉਹ ਸੂਈਆਂ ਚੁਭੋ ਸਕਦਾ, ਜਿਨ੍ਹਾਂ ਦੀ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ। ਮੈਨੂੰ ਇਹ ਸੈਸ਼ਨ ਤੁਹਾਡੇ ਨਾਲ ਡਿਲੀਵਰ ਕਰਦਿਆਂ ਬਹੁਤ ਅੱਛਾ ਲੱਗਿਆ। ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਇਹਨੂੰ ਸੁਣਦਿਆਂ ਵੀ ਤੁਸੀਂ ਇਹਦੇ ਤੋਂ ਬਰਕਤ ਪਾਈ ਹੋਏਗੀ। ਇਸੇ ਤਰ੍ਹਾਂ ਤੁਸੀਂ ਬਣੇ ਰਹੋ, ਯਿਸੂ ਕੁਝ ਵੀ ਕਰ ਸਕਦਾ ਦੇ ਨਾਲ, ਤੇ ਪਾਉਂਦੇ ਰਹੋ ਢੇਰੋਂ ਬਰਕਤ। ਹਾਲੇਲੂਇਆ ਹਾਲੇਲੂਇਆ। ਖੁਦਾਵੰਦ ਤੇਰੀ ਪਾਕ ਪਵਿੱਤਰ ਜ਼ਰੂਰ ਵਿੱਚ ਸਾਰੇ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਖੁਦਾਵੰਦ ਤੇਰੀ ਪਾਕ ਖੂਨ ਦੀ ਧਾਰ ਦੇ ਥੱਲੇ ਲੈ ਕੇ ਆਉਂਦੇ ਖੁਦਾਵੰਦ। ਅੱਜ ਦਾ ਬਚਨ ਉਹਨਾਂ ਲਈ ਖੁਦਾਵੰਦ ਜ਼ਿੰਦਗੀ ਦੀ ਰੋਟੀ ਬਣ ਕੇ ਖੁਦਾਵੰਦ, ਤੇ ਜ਼ਿੰਦਗੀ ਦਾ ਪਾਣੀ ਬਣ ਕੇ ਖੁਦਾਵੰਦ ਉਹਨਾਂ ਦੀ ਰੱਖਿਆ ਕਰੇ ਤੇ ਉਹਨਾਂ ਨੂੰ ਨਿਜਾਤ ਤੱਕ ਲੈ ਕੇ ਜਾਵੇ। ਆਮੀਨ।